ਹਰਜਿੰਦਰ ਸੂਰੇਵਾਲੀਆ ਦੀ ਕਹਾਣੀ ਸੰਗ੍ਰਹਿ ਦੀ ਕਹਾਣੀ ਹੈ ਬੀਮਾ ਏਜੰਟ। ਮੈਂ ਉਹਨੂੰ ਭੁੱਲ ਜਾਣਾ ਚਾਹੁੰਦਾ ਸਾਂ ਤੇ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਅਚਾਨਕ ਹੀ ਉਹਦਾ ਖੱਤ ਆ ਗਿਆ ਸੀ। ਪਹਿਲਾਂ ਵਾਲੇ ਖੱਤਾਂ ਵਰਗਾ ਖੱਤ, ਨਾ ਕੋਈ ਤਾਰੀਖ, ਨਾ ਕੋਈ ਅਤਾ ਪਤਾ। ਕੋਈ ਪਤਾ ਨਹੀਂ ਲੱਗਦਾ ਸੀ ਕਿ ਉਹਨੇ ਕਦੋਂ ਲਿਖਿਆ ਤੇ ਕਿੱਥੋਂ ਲਿਖਿਆ। ਪਰ ਮੈਂ ਤਾਂ ਡਾਕੀਏ ਦੇ ਹੱਥ ਵਿੱਚ ਹੀ ਖੱਤ ਦੀ ਲਿਖਾਈ ਵੇਖ ਕੇ ਪਹਿਚਾਣ ਗਿਆ ਸਾਂ। ਖੱਤ ਖੋਲ੍ਹਿਆ ਸੀ, ਉਹੀ ਪਹਿਲਾਂ ਵਾਲਾ ਸੰਬੋਧਨ, ਪਿਆਰੇ ਮਿੱਤਰ। ਕੋਈ ਖਾਸ ਗੱਲ ਨਹੀਂ ਲਿਖੀ ਸੀ। ਕਈ ਵਾਰ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤੇ ਕਈ ਵਾਰ ਜ਼ਿੰਦਗੀ ਆਪਣੀ ਤੋਰ ਤੁਰਦੀ ਜਾਂਦੀ ਹੈ, ਕੋਈ ਖਾਸ ਘਟਨਾ ਨਹੀਂ ਵਾਪਰਦੀ। ਅਜਿਹਾ ਪ੍ਰਭਾਵ ਖੱਤ ਪੜ੍ਹ ਕੇ ਪੈਂਦਾ ਸੀ। ਖੱਤ ਦੀ ਆਖਰੀ ਲਾਈਨ ਸੀ, ਕਦੇ ਇੱਧਰ ਆਏ ਤਾਂ ਮਿਲ ਜਾਣਾ। ਇਸੇ ਲਾਈਨ ਨੂੰ ਬਾਰ-ਬਾਰ ਪੜ੍ਹਨ ਨੂੰ ਜੀਅ ਕਰਦਾ ਸੀ ਤੇ ਹਰ ਵਾਰ ਮੈਨੂੰ ਇਸ 'ਚ ਨਵੇਂ ਅਰਥ ਨਿਕਲਦੇ ਲੱਗਦੇ। ਕੀ ਮੈਂ ਉਹਦੇ ਚੇਤੇ ਚਾਹੁੰਦਾ ਜਾਂ ਉਹਨੂੰ ਕੋਈ ਕੰਮ ਹੈ ਜੋ ਮੇਰੇ ਕਰਨ ਵਾਲਾ ਹੈ? ਘਮੰਡੀ ਔਰਤ ਸਿੱਧਾ ਨਹੀਂ ਲਿਖਦੀ ਵੀ ਆ ਕੇ ਮਿਲ ਜਾਓ। ਘਮੰਡੀ ਔਰਤ? ਉਹ ਮੇਰੀ ਜ਼ਿੰਦਗੀ 'ਚ ਵਾਵ ਰੋਲੇ ਦੀ ਤਰ੍ਹਾਂ ਆਈ ਤੇ ਵਾਵ ਰੋਲੇ ਦੀ ਤਰ੍ਹਾਂ ਹੀ ਚਲੀ ਗਈ। ਉਹ ਤੋਂ ਪਹਿਲਾਂ ਮੇਰਾ ਕਈ ਕੁੜੀਆਂ ਜਾਂ ਨੌਜਵਾਨ ਔਰਤਾਂ ਨਾਲ ਵਾਸਤਾ ਰਹਿ ਚੁੱਕਿਆ ਸੀ, ਪਰ ਉਹ ਸਾਰੀਆਂ ਤੋਂ ਭਿੰਨ ਸੀ। ਉਹ ਇੱਕ ਅਜਿਹੀ ਔਰਤ ਸੀ ਜਿਹਨੂੰ ਮੈਂ ਸਮਝ ਨਹੀਂ ਸੀ ਸਕਿਆ। ਉਸ ਵਰਗੀ ਔਰਤ ਨੂੰ ਸ਼ਾਇਦ ਹੀ ਕੋਈ ਮਰਦ ਸਮਝ ਸਕੇ। ਉਹਦੇ ਜ਼ਰੂਰ ਹੀ 365 ਚਲਿੱਤਰ ਸਨ। ਕਦੇ ਉਹ ਮੋਮ ਦੀ ਗੁੱਡੀ ਬਣੀ ਹੁੰਦੀ, ਕਦੇ ਹੀਰੇ ਵਾਂਗ ਕਠੋਰ। ਉਹਦੇ ਬਦਲਦੇ ਮੂਡ ਦੀ ਕੋਈ ਥਾਂ ਨਹੀਂ ਸੀ। ਮੈਂ ਅੱਜ ਵੀ ਫੈਸਲਾ ਨਹੀਂ ਕਰ ਸਕਿਆ ਕਿ ਉਸ ਨਾਲ ਕੀਤੀ ਮੁਹੱਬਤ ਨੂੰ ਸਫਲ ਸਮਝਾਂ ਜਾਂ ਅਸਫਲ, ਜਾਂ ਕੀ ਇਹ ਵਾਕਿਆ ਹੀ ਮੁਹੱਬਤ ਸੀ ਜਾਂ ਕੁਝ ਹੋਰ। ਅਚਾਨਕ ਉਹਦਾ ਖੱਤ ਮਿਲ ਜਾਣ ਦੀ ਹੈਰਾਨੀ ਹੋਈ ਸੀ। ਉਹਨੇ ਆਪ ਹੀ ਕਿਹਾ ਸੀ ਕਿ ਵਿਆਹ ਤੋਂ ਬਾਅਦ ਮੈਂ ਤੁਹਾਡੇ ਨਾਲ ਕਿਸੇ ਕਿਸਮ ਦਾ ਸੰਬੰਧ ਨਹੀਂ ਰੱਖਣਾ। ਟੋਟਲੀ ਕੱਟ ਆਫ। ਜੇ ਤੁਸੀਂ ਕਿਧਰੇ ਮਿਲ ਜਾਓ ਤਾਂ ਮੈਂ ਬੁਲਾਵਾਂਗੀ ਨਹੀਂ। ਤੁਹਾਨੂੰ ਮਿਲਣ ਤੇ ਮੈਂ ਸਮਝਾਂਗੀ ਕਿ ਕਿਸੇ ਅਜਨਬੀ ਨੂੰ ਮਿਲ ਰਹੀ ਹਾਂ। ਵਿਆਹ ਤੋਂ ਪਹਿਲਾਂ ਹੀ ਉਹਨੇ ਸਾਡੇ ਦਫ਼ਤਰ 'ਚੋਂ ਆਪਣੀ ਟਰਾਂਸਫਰ ਕਰਵਾ ਲਈ ਸੀ। ਵਿਆਹ ਤੋਂ ਬਾਅਦ ਉਹ ਮੈਨੂੰ ਸਿਰਫ ਇੱਕ ਵਾਰ ਮਿਲੀ ਸੀ, ਉਹ ਵੀ ਬੱਸ ਦੇ ਸਫ਼ਰ ਦੌਰਾਨ। ਮੇਰੇ ਨਾਲ ਸੀਟ ਤੇ ਇਸ ਤਰ੍ਹਾਂ ਬੈਠੀ ਸੀ ਜਿਵੇਂ ਮੈਂ ਕੋਈ ਅਜਨਬੀ ਹੋਵਾਂ। ਮੇਰੇ ਨਾਲ ਗੱਲਾਂ ਕਰਨ ਦਾ ਉਹਦਾ ਮਨ ਅਜੇ ਵੀ ਭਰਿਆ ਨਹੀਂ ਸੀ। ਉਹ ਬੋਲੀ ਜਾ ਰਹੀ ਸੀ ਤੇ ਸਮੇਂ-ਸਮੇਂ ਮੇਰੇ ਹੱਥ ਨੂੰ ਝਟਕ ਦਿੰਦੀ ਸੀ। ਜੇ ਤੁਸੀਂ ਟਿਕ ਕੇ ਨਹੀਂ ਬੈਠ ਸਕਦੇ ਤਾਂ ਮੈਂ ਸੀਟ ਬਦਲ ਲੈਂਦੀ ਹਾਂ, ਉਹਨੇ ਮੈਨੂੰ ਡਰਾਵਾ ਦੇ ਦਿੱਤਾ। ਉਸ ਨਾਲ ਬਹਿਸ 'ਚ ਪੈਣਾ ਠੀਕ ਨਹੀਂ ਸੀ। ਮੈਂ ਜਾਣਦਾ ਸਾਂ ਕਿ ਜੇ ਉਹਦੇ ਮੂੰਹੋਂ ਨਿਕਲ ਗਈ ਹੈ ਤਾਂ ਨਾ ਹੀ ਰਹੇਗੀ। ਬੜੀ ਜ਼ਿੱਦੀ ਔਰਤ ਸੀ। ਤੇਰੇ ਅੰਗੂਠਿਆਂ ਦੇ ਫੁੱਲ ਬਹੁਤ ਹੀ ਛੋਟੇ ਹਨ। ਪਾਮਿਸਟਰੀ ਮੁਤਾਬਕ ਅਜਿਹੀਆਂ ਔਰਤਾਂ ਜ਼ਿੱਦੀ ਹੁੰਦੀਆਂ ਹਨ। ਇੱਕ ਦਿਨ ਮੈਂ ਉਹਨੂੰ ਕਿਹਾ ਸੀ, ਇਸੇ 'ਚ ਹੀ ਔਰਤ ਦੀ ਭਲਾਈ ਹੈ, ਤੁਸੀਂ ਮਰਦ ਲੋਕਾਂ ਤੋਂ ਬਚਣ ਦੀ। ਉਹਨੇ ਮੋੜਵਾਂ ਉੱਤਰ ਦਿੱਤਾ ਸੀ, ਤੇ ਖੱਤ ਉਹਨੇ ਕਿਉਂ ਲਿਖਿਆ? ਕੀ ਉਹ ਮੈਨੂੰ ਭੁੱਲੀ ਨਹੀਂ? ਹੁਣ ਤਾਂ ਉਹਦੇ ਬੱਚੇ ਵੀ ਹੋ ਗਏ ਹੋਣਗੇ, 1 ਜਾਂ 2 ਬੱਚੇ ਜ਼ਰੂਰ ਹੋ ਗਏ ਹੋਣਗੇ। ਫਿਰ ਇਹ ਛੋਟਾ ਜਿਹਾ ਖੱਤ ਕਿਉਂ? ਮੈਂ ਕਈ ਵਾਰ ਉਹਦੇ ਸ਼ਹਿਰ ਜਾ ਆਇਆ ਸਾਂ। ਉਹਦੀ ਕੋਠੀ ਦਾ ਮੈਨੂੰ ਪਤਾ ਸੀ। ਹਾਂ, ਕਈ ਵਾਰ ਉਹਦੀ ਕੋਠੀ ਦੇ ਅੱਗੋਂ ਲੰਘ ਗਿਆ ਸੀ। 2-2 ਮੰਜ਼ਿਲ ਦੀਆਂ ਕੋਠੀਆਂ ਦੀ ਜੁੜਵੀਂ ਲੰਮੀ ਲਾਈਨ ਸੀ। ਪਰ ਉਹਨਾਂ ਦੀ ਕੋਠੀ ਦੀ ਖਾਸ ਪਛਾਣ ਸੀ, ਗੇਟ ਦੇ ਪਾਸੇ ਇੱਕ ਗੁਲਮੋਹਰ ਦਾ ਦਰਖਤ। ਤੇ ਅੱਜ ਮੇਰੇ ਕਦਮ ਆਪ ਮੁਹਾਰੇ ਗੁਲਮੋਹਰ ਦੇ ਦਰਖਤ ਹੇਠ ਆ ਕੇ ਰੁਕ ਗਏ। ਚੋਰਾਂ ਵਾਂਗ ਆਸੇ-ਪਾਸੇ ਦਾ ਜਾਇਜ਼ਾ ਲਿਆ ਤੇ ਜਾ ਕੇ ਕਾਲ ਬੈਲ ਨੱਪ ਦਿੱਤੀ ਤੇ ਬਾਹਰ ਸੜਕ ਵੱਲ ਵੇਖਣ ਲੱਗ ਪਿਆ। ਉੱਪਰੋਂ ਬਾਲਕਨੀ 'ਚ ਉਹਦੀ ਤਿੱਖੀ ਆਵਾਜ਼ ਆਈ, ਕੌਣ? ਕਿਸ ਨੂੰ ਮਿਲਣਾ? ਤੇ ਮੈਨੂੰ ਵੇਖਦੇ ਹੀ ਉਹ ਖਿੜ ਗਈ, ਆਪ? ਉੱਪਰ ਹੀ ਆ ਜਾਓ, ਦਰਵਾਜ਼ੇ ਦੇ ਨਾਲ ਹੀ ਪੌੜੀਆਂ ਹਨ। ਡਰਾਇੰਗ ਰੂਮ 'ਚੋਂ ਮੇਰੇ ਸਾਹਮਣੇ ਸੋਫੇ ਤੇ ਆ ਕੇ ਬੈਠ ਗਈ। ਕਈ ਸਾਲਾਂ ਬਾਅਦ ਅਸੀਂ ਮਿਲ ਰਹੇ ਸਾਂ, ਪਰ ਉਹ ਬਿਲਕੁਲ ਪਹਿਲਾਂ ਵਰਗੀ ਸੀ। ਘਰ ਉਹ ਇਕੱਲੀ ਸੀ। ਹੋਰ ਫਿਰ ਵਿਆਹ ਕਰਵਾ ਲਿਆ? ਉਹਨੇ ਪੁੱਛਿਆ। ਸਾਡੇ ਕਰਮਾਂ 'ਚ ਵਿਆਹ ਕਿੱਥੇ? ਜਦੋਂ ਸਹੇਲੀਆਂ ਮਿਲ ਜਾਂਦੀਆਂ ਵਿਆਹ ਦੀ ਕੀ ਲੋੜ ਹੈ? ਪਰ ਤੇਰੇ ਵਰਗੀ ਸਹੇਲੀ ਨਹੀਂ ਮੁੜ ਕੇ ਮਿਲੀ। ਤੁਸੀਂ ਕਿੰਨੀ ਵਾਰੀ ਇਸ ਸ਼ਹਿਰ ਆਏ ਹੋਗੇ, ਕਦੇ ਮਿਲਣ ਨਹੀਂ ਆਏ। ਪਰ ਤੂੰ ਚਾਹਿਆ ਨਹੀਂ ਸੀ, ਹੁਣ ਤੂੰ ਚਾਹਿਆ ਤੇ ਮੈਂ ਆ ਗਿਆ। ਅੱਛਾ, ਉਹ ਖੱਤ ਤਾਂ ਇੱਕ ਦਿਨ ਐਵੇਂ ਬੈਠੀ ਨੇ ਲਿਖਤਾ। ਨਹੀਂ ਲਿਖਣਾ ਸੀ ਫਿਰ? ਬਸ ਐਵੇਂ ਮੂਡ ਬਣ ਗਿਆ। ਤੁਹਾਨੂੰ ਪਤਾ ਜਦੋਂ ਮੈਂ ਖੱਤ ਲਿਖਣ ਬੈਠ ਜਾਵਾਂ ਤਾਂ ਕਈ ਖੱਤ ਲਿਖ ਕੇ ਉੱਠਦੀ ਹਾਂ। ਇੱਕ ਖੱਤ ਲਿਖਿਆ ਸੀ ਮੰਮੀ ਨੂੰ, ਇੱਕ ਦੀਦੀ ਨੂੰ, ਇੱਕ ਤੁਹਾਨੂੰ ਲਿਖਤਾ। ਤੇ ਖੱਤ ਦਾ ਕੋਈ ਮਕਸਦ ਕੀ ਹੋਣਾ ਸੀ? ਮੈਨੂੰ ਪਤਾ ਤੁਸੀਂ ਨਿੱਕੀ ਗੱਲ 'ਚੋਂ ਵੱਡੇ ਅਰਥ ਕੱਢ ਲੈਂਦੇ ਹੋ, ਤਾਂ ਹੀ ਤੂੰ ਛੋਟੇ ਖੱਤ ਲਿਖਦੀ ਹੈ। ਆਪਾਂ ਤੇ ਗੱਲੀਂ ਲੱਗ ਗਏ। ਮੈਂ ਚਾਹ ਤਾਂ ਬਣਾ ਕੇ ਲਿਆਵਾਂ ਤੇ ਉਹ ਰਸੋਈ 'ਚ ਚਾਹ ਬਣਾਉਣ ਚਲੀ ਗਈ। ਬੜੀ ਸ਼ਾਨਦਾਰ ਕੋਠੀ ਸੀ। ਡਰਾਇੰਗ ਰੂਮ 'ਚ ਕਾਲੀਨ ਵਿਛਿਆ ਸੀ, ਸਾਰਾ ਫਰਨੀਚਰ ਕੀਮਤੀ ਸੀ। ਕੋਠੀ ਤਾਂ ਬੜੀ ਆਲੀਸ਼ਾਨ ਹੈ। ਮੈਂ ਰਸੋਈ 'ਚ ਜਾ ਵੜਿਆ ਤੇ ਉਹਦੇ ਦੁਆਲੇ ਬਾਹਾਂ ਵੱਲ ਦਿੱਤੀਆਂ। ਉਹ ਫੁਰਤੀ ਨਾਲ ਭੁੰਜੇ ਬੈਠ ਗਈ ਤੇ ਫਿਰ ਰਸੋਈ ਦੇ ਬਾਹਰ 'ਚ ਜਾ ਖੜੋਤੀ। ਕਮਾਲ ਕਰਦੇ ਹੋ ਤੁਸੀਂ, ਮਾਤਾ ਜੀ ਆ ਜਾਣਗੇ। ਮਾਤਾ ਜੀ ਉੱਡ ਕੇ ਆ ਜਾਣਗੇ? ਨਹੀਂ, ਪਲੀਜ਼ ਤੁਸੀਂ ਡਰਾਇੰਗ ਰੂਮ 'ਚ ਬੈਠੋ, ਉਹਨੇ ਤਰਲਾ ਲਿਆ। ਉਸੇ ਸਮੇਂ ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ, ਲਓ
ਮਾਤਾ ਜੀ ਆ ਗਏ। ਉਹਨੇ ਘਬਰਾਈ ਆਵਾਜ਼ 'ਚ ਕਿਹਾ ਤੇ ਮੈਂ ਡਰਾਇੰਗ ਰੂਮ 'ਚ ਆ ਬੈਠਾ। ਸਫਾਈ ਕਰਨ ਵਾਲੀ ਨੌਕਰਾਣੀ ਸੀ। ਉਹਨੇ ਪਾਣੀ ਦੀ ਬਾਲਟੀ ਭਰੀ ਤੇ ਕਮਰਿਆਂ 'ਚ ਪੋਚਾ ਲਾਉਣ ਲੱਗ ਪਈ। ਹੋਰ ਫਿਰ ਤੇਰੇ ਸਾਹਿਬ ਕਿਹੋ ਜਿਹੇ ਨੇ? ਅੱਜ ਕੱਲ੍ਹ ਕੀ ਕਰਦੇ ਨੇ? ਚਾਹ ਦਾ ਕੱਪ ਫੜ ਕੇ ਮੈਂ ਹੌਲੀ ਜਿਹੀ ਪੁੱਛਿਆ। ਬਹੁਤ ਅੱਛੇ ਨੇ, ਬਹੁਤ ਭੋਲੇ ਨੇ, ਬਹੁਤ ਪਿਆਰ ਕਰਦੇ ਨੇ, ਉਹ ਲਗਾਤਾਰ ਬੋਲ ਪਈ। ਤੇਰੇ ਮੂਹਰੇ ਭੋਲਾ ਬਣਨਾ ਹੀ ਪੈਂਦਾ ਹੈ। ਨਹੀਂ ਬਾਈ ਗॉड, ਸੱਚਮੁੱਚ ਭੋਲੇ ਆ, ਤੁਹਾਡੇ ਵਾਂਗ ਨਹੀਂ। ਨਾ ਮੈਂ ਕੋਈ ਛੱਡੋ, ਉਹ ਤਾਂ ਇਲੈਕਟ੍ਰੋਨਿਕਸ ਦਾ ਬਿਜ਼ਨਸ ਹੈ। ਅੱਜ ਮਿਲਾਵਾਂਗੀ ਤੁਹਾਨੂੰ। ਉਹ ਕੁਝ ਦੇਰ ਤੱਕ ਘਰੇ ਖਾਣਾ ਖਾਣ ਆਉਣਗੇ। ਹਾਂ ਸੱਚ, ਬੀਮੇ ਦੇ ਏਜੰਟ ਵੀ ਨੇ? ਅੱਛਾ, ਫੇਰ ਤਾਂ ਪੈਸਾ ਕਮਾਉਣ ਤੇ ਲੱਕ ਬੱਧਾ ਹੋਇਆ। ਏਡੇ ਵੱਡੇ ਸ਼ਹਿਰ 'ਚ ਪੈਸੇ ਬਿਨਾਂ ਬਣਦਾ ਵੀ ਕੀ ਹੈ? ਸੱਚ, ਤੁਸੀਂ ਵੀ ਬੀਮਾ ਕਰਾ ਲਓ। ਨਹੀਂ, ਮੈਂ ਬੀਮੇ ਦਾ ਵਿਸ਼ਵਾਸ ਨਹੀਂ ਕਰਦਾ। ਜਦੋਂ ਆਦਮੀ ਆਪ ਹੀ ਮਰ ਗਿਆ ਤਾਂ ਸਭ ਕੁਝ ਖਤਮ। ਪਰ ਬੱਚਿਆਂ ਬਾਰੇ ਵੀ ਤਾਂ ਸੋਚਣਾ ਚਾਹੀਦਾ। ਜਦੋਂ ਅਜੇ ਵਿਆਹ ਨਹੀਂ ਹੋਇਆ ਤੇ ਬੱਚੇ ਕਿੱਥੋਂ ਆ ਗਏ? ਅਕਸਰ ਤਾਂ ਵਿਆਹ ਕਰਾਓਗੇ, ਕੋਈ ਜ਼ਰੂਰੀ ਤਾਂ ਨਹੀਂ। ਵੈਸੇ ਬੀਮਾ ਇੱਕ ਤਰ੍ਹਾਂ ਦੀ ਬੱਚਤ ਹੀ ਹੈ, ਫਾਇਦੇ ਵਾਲੀ ਚੀਜ਼ ਹੈ। ਤੁਸੀਂ ਬੀਮਾ ਕਰਾ ਲਓ। ਬੀਮਾ ਕੀ, ਜੇ ਤੂੰ ਕਹੇ ਤਾਂ ਮੈਂ ਮਰ ਵੀ ਸਕਦਾ। ਨਾ ਬਾਬਾ ਨਾ, ਮੈਂ ਤਾਂ ਕਹਿੰਦੀ ਹਾਂ ਤੁਸੀਂ 1000 ਸਾਲ ਜੀਓ। ਉਹ ਨਵੇਂ ਏਜੰਟ ਬਣੇ ਨੇ, ਸਾਨੂੰ ਕੇਸ ਚਾਹੀਦੇ ਆ। ਵੇਖ ਤੇਰੀ ਖਾਤਰ ਅੱਗੇ ਕੀ ਨਹੀਂ ਕੀਤਾ। ਆ ਬੀਮਾ ਵੀ ਕੋਈ ਚੀਜ਼ ਹੈ, ਤੂੰ ਹੁਕਮ ਕਰ। ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ ਤੇ ਸਤਰਕ ਹੋ ਕੇ ਬੈਠ ਗਈ। ਉਹਦੀ ਸੱਸ ਆ ਗਈ। ਮੈਂ ਨਮਸਕਾਰ ਲਈ ਖੜਾ ਹੋ ਗਿਆ। ਉਹਨੇ ਮੇਰੀ ਜਾਣ ਪਛਾਣ ਕਰਵਾ ਦਿੱਤੀ। ਬੇਟੀ, ਇਹਨਾਂ ਨੂੰ ਖਾਣਾ ਖਾਧੇ ਬਿਨਾਂ ਨਾ ਜਾਣ ਦੇਈ। ਇਹ ਕਹਿੰਦੀ ਹੋਈ ਉਹਦੀ ਸੱਸ ਆਪਣੇ ਕਮਰੇ 'ਚ ਚਲੀ ਗਈ। ਮੇਰੇ ਮੂਹਰੇ ਇੱਕ ਰਸਾਲਾ ਤੇ ਅੱਜ ਦਾ ਅਖਬਾਰ ਸਿੱਟ ਕੇ ਉਹ ਵੀ ਰਸੋਈ 'ਚ ਖਾਣਾ ਬਣਾਉਣ ਚਲੀ ਗਈ ਤੇ ਮੈਂ ਪੜ੍ਹਨ 'ਚ ਮਗਨ ਹੋਣ ਦਾ ਨਾਟਕ ਕਰਨ ਲੱਗਿਆ। 1:30 ਕੁ ਦੇ ਕਰੀਬ ਉਹਦਾ ਪਤੀ ਵੀ ਦੁਕਾਨ ਤੇ ਆ ਗਿਆ। ਆਪਣੇ ਕਮਰੇ 'ਚੋਂ ਉਹ ਸਿੱਧਾ ਹੀ ਰਸੋਈ 'ਚ ਗਿਆ। ਮੈਂ ਚੋਰ ਅੱਖ ਨਾਲ ਰਸੋਈ ਵੱਲ ਵੇਖਿਆ। 2-3 ਮਿੰਟ 'ਚ ਦੋਨੇ ਕੋਈ ਗੱਲ ਕਰਦੇ ਰਹੇ। ਮੇਰੇ ਬਾਰੇ ਹੀ ਦੱਸਿਆ ਹੋਏਗਾ ਤੇ ਫਿਰ ਉਹ ਡਰਾਇੰਗ ਰੂਮ 'ਚ ਆ ਵੜਿਆ। ਮੈਂ ਉੱਠ ਕੇ ਖਲੋ ਗਿਆ। ਉਹਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਮੇਰੇ ਨਾਲ ਬੈਠ ਗਿਆ। 2 ਕੁ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਫਿਰ ਆਪਣੇ ਕਮਰੇ 'ਚ ਚਲਾ ਗਿਆ। ਸਧਾਰਨ ਕੱਦ ਕਾਠ ਤੇ ਨੈਣ ਨਕਸ਼, ਕਮਜ਼ੋਰ ਜਿਹੀ ਸਿਹਤ, ਵਾਲਾਂ ਵਿੱਚ ਪੈ ਰਿਹਾ ਗੰਜ। ਮੈਨੂੰ ਹੈਰਾਨੀ ਹੋਈ ਕਿ ਇਹਨੂੰ ਪਸੰਦ ਕਿਵੇਂ ਕਰ ਲਿਆ ਗਿਆ। ਜਦੋਂ ਉਹਦੀ ਕਿਤੇ ਵਿਆਹ ਬਾਰੇ ਗੱਲ ਚੱਲਦੀ ਤਾਂ ਉਹ ਮੈਨੂੰ ਜ਼ਰੂਰ ਦੱਸਦੀ ਤੇ ਮੇਰੀ ਰਾਏ ਲੈਂਦੀ। ਕਈ ਥਾਂ ਉਹਦੀ ਗੱਲ ਚੱਲੀ ਸੀ। ਅਖਬਾਰਾਂ 'ਚ ਵੀ ਉਹਨੇ ਮੈਟਰੀਮੋਨੀਅਲ ਦਿੱਤਾ ਸੀ। ਅਨੇਕਾਂ ਹੀ ਚਿੱਠੀਆਂ ਆ ਗਈਆਂ ਸੀ। ਉਹਨੇ ਮੈਨੂੰ ਕਿਹਾ ਸੀ ਕਿ ਮੈਨੂੰ 3 ਖੱਤ ਛਾਂਟ ਦਿਓ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ। ਮੈਂ ਸਾਰੀਆਂ ਚਿੱਠੀਆਂ ਪੜ੍ਹ ਕੇ 3 ਛਾਂਟਤੀਆਂ, ਪਰ ਉਹਨਾਂ ਨੂੰ ਇਹ ਲੜਕਾ ਪਸੰਦ ਆਇਆ। ਸ਼ਾਇਦ ਉਹਦੇ ਮਾਂ-ਬਾਪ ਦੀ ਪਸੰਦ ਹੋਵੇ ਜਾਂ ਉਹ ਇਹਦੀ ਜਾਇਦਾਦ ਵੇਖ ਕੇ ਮੰਨ ਗਈ ਹੋਵੇ ਕਿ ਵੱਡੇ ਸ਼ਹਿਰ 'ਚ ਕੋਠੀ ਹੈ, ਲੱਖਾਂ ਦੀ ਕੀਮਤ ਹੈ, ਇਹ ਕਿਹੜਾ ਘੱਟ ਹੈ। ਮੈਂ ਮਨ 'ਚ ਉਧੇੜ ਬੁਣ ਕਰਦਾ ਰਿਹਾ। ਤੇ ਮੈਂ ਕੀ ਹਾਂ? ਕੁਝ ਵੀ ਨਹੀਂ। ਇੱਕ ਤੀਜੇ ਦਰਜੇ ਦਾ ਮੁਲਾਜ਼ਮ। ਪਿੰਡ 'ਚ ਟੁੱਟਿਆ ਫੁੱਟਿਆ ਘਰ। ਬੈਠੇ ਬੈਠੇ ਮੇਰੇ ਮਨ 'ਚ ਹੀਣ ਭਾਵਨਾ ਜਿਹੀ ਆਈ। ਆਓ ਫਿਰ ਖਾਣਾ ਖਾ ਲਈਏ, ਸਤੀਸ਼ ਨੇ ਆਵਾਜ਼ ਦਿੱਤੀ। ਡਾਇਨਿੰਗ ਟੇਬਲ ਪਲੇਟਾਂ ਨਾਲ ਭਰਿਆ ਪਿਆ ਸੀ। ਮੇਰੀ ਮਨਪਸੰਦ ਸਬਜ਼ੀ ਬੈਂਗਣ ਦਾ ਭਰਥਾ ਵੀ ਸੀ। ਮਟਰ ਪਨੀਰ ਸੀ। ਸਵੀਡਿਸ਼ ਮਿੱਠੀਆਂ ਸੇਵੀਆਂ। ਖਾਣਾ ਖਾਂਦੇ ਉਹ ਦੋਨੋਂ ਜੀ ਆਪਸ 'ਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਮੈਂ ਚੁੱਪ-ਚਾਪ ਖਾਣਾ ਖਾਂਦਾ ਰਿਹਾ। ਬਹੁਤ ਦੇਰ ਬਾਅਦ ਇੰਨਾ ਸਵਾਦੀ ਖਾਣਾ ਖਾਧਾ। ਮੈਂ ਸਤੀਸ਼ ਵਾਸ਼ ਵੇਸ਼ਨ ਤੇ ਹੱਥ ਧੋਣ ਗਿਆ ਤਾਂ ਮੈਂ ਉਹਨੂੰ ਹੌਲੀ ਜਿਹੀ ਕਹਿ ਦਿੱਤਾ। ਉਹ ਮੁਸਕਰਾ ਕੇ ਪਲੇਟਾਂ ਇਕੱਠੀਆਂ ਕਰਦੀ ਰਹੀ। ਖਾਣਾ ਖਾ ਕੇ ਅਸੀਂ ਫੇਰ ਡਰਾਇੰਗ ਰੂਮ 'ਚ ਆ ਬੈਠੇ। ਸਤੀਸ਼ ਜੀ, ਇਹਨਾਂ ਦੇ ਫਾਰਮ ਵੀ ਭਰ ਲਓ। ਬੈਠਦੇ ਹੀ ਉਹਨੇ ਆਪਣੇ ਪਤੀ ਨੂੰ ਕਿਹਾ। ਆਗਿਆਕਾਰ ਬੱਚੇ ਵਾਂਗ ਸਤੀਸ਼ ਆਪਣਾ ਬੈਗ ਚੁੱਕ ਲਿਆਇਆ। ਕਈ ਕਾਗਜ਼ ਕੱਢ ਕੇ ਬਾਹਰ ਰੱਖ ਦਿੱਤੇ। ਵੇਖੋ ਜੀ, ਇਸ ਪਾਲਿਸੀ ਤੇ ਵਿਆਜ, ਇਹਨਾਂ ਨੂੰ ਸਮਝਾਉਣ ਦੀ ਕੀ ਲੋੜ ਹੈ। ਤੁਸੀਂ ਚੁੱਪ ਕਰਕੇ ਲੱਖ ਦਾ ਬੀਮਾ ਕਰ ਦਿਓ। ਉਹ ਬੋਲ ਪਈ। ਸਤੀਸ਼ ਨੇ ਸਹਿਮਤੀ ਲਈ ਮੇਰੇ ਵੱਲ ਵੇਖਿਆ। ਹਾਂ ਹਾਂ ਠੀਕ ਹੈ, ਤੁਸੀਂ ਮੇਰੇ ਤੋਂ ਦਸਖਤ ਵਗੈਰਾ ਕਰਵਾ ਲਓ, ਬਾਕੀ ਕਾਰਵਾਈ ਆਪੇ ਬਾਅਦ 'ਚ ਕਰ ਲੈਣਾ। ਇਹ ਕਹਿ ਕੇ ਮੈਂ ਆਪਣਾ ਪੈਨ ਖੋਲ੍ਹ ਲਿਆ। ਸਤੀਸ਼ ਫਾਰਮ ਭਰਦਾ ਰਿਹਾ ਤੇ ਨਾਲੇ ਬੀਮੇ ਦੇ ਗੁਣ ਗਾਉਂਦਾ ਰਿਹਾ। ਵੇਖੋ ਜੀ, ਬੀਮੇ ਦੇ ਬੜੇ ਫਾਇਦੇ ਨੇ। ਬੱਚਤ ਦੀ ਬੱਚਤ, ਨਾਲੇ ਰਿਸਕ ਕਵਰ ਹੁੰਦਾ। ਭੱਜ ਨੱਠ ਦੀ ਜ਼ਿੰਦਗੀ ਹੈ, ਪਤਾ ਨਹੀਂ ਕਦੋਂ ਕਿਸੇ ਨਾਲ ਦੁਰਘਟਨਾ ਵਾਪਰ ਜਾਏ। ਸਰਕਾਰੀ ਮੁਲਾਜ਼ਮ ਲਈ ਤਾਂ ਬੀਮਾ ਹੋਰ ਵੀ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਇਨਕਮ ਟੈਕਸ ਤੋਂ ਵੀ ਛੋਟ ਮਿਲੇਗੀ। ਇਹਨਾਂ ਨੂੰ ਸਭ ਪਤਾ ਹੈ, ਵੇਖਣ 'ਚ ਹੀ ਭੋਲੇ ਲੱਗਦੇ ਨੇ। ਉਹ ਵਿਚਕਾਰੋਂ ਹੀ ਬੋਲ ਪਈ। ਉਹਦੀ ਇਸ ਟਿੱਪਣੀ ਤੇ ਮੈਂ ਹੈਰਾਨ ਰਹਿ ਗਿਆ। ਸਤੀਸ਼ ਬੜਾ ਖੁਸ਼ ਦਿਖਾਈ ਦਿੰਦਾ ਸੀ। ਉਹ ਫੇਰ ਬੋਲਣ ਲੱਗ ਪਿਆ। ਵੇਖੋ ਜੀ, ਤੁਸੀਂ ਆਪਣੇ ਬੰਦੇ ਹੋ, ਮੈਂ ਤੁਹਾਡੇ ਤੋਂ ਕਮਿਸ਼ਨ ਨਹੀਂ ਲੈਣੀ। ਹਾਂ, ਕਿਸ਼ਤ ਤੁਸੀਂ ਮਨੀ ਆਰਡਰ ਰਾਹੀਂ ਮੈਨੂੰ ਭੇਜ ਦਿਆ ਕਰਨੀ। ਜੇ ਇੱਧਰ ਆਓ ਤਾਂ ਕਿਸ਼ਤ ਘਰ ਦੇ ਜਾਇਆ ਕਰਨਾ। ਤੁਹਾਡਾ ਆਪਣਾ ਘਰ ਹੈ, ਤੁਸੀਂ ਜਦੋਂ ਮਰਜ਼ੀ ਆ ਜਾਇਆ ਕਰਨਾ। ਮੈਨੂੰ ਸਤੀਸ਼ ਵਿਚਾਰਾ ਜਿਹਾ ਲੱਗਣ ਲੱਗ ਪਿਆ। ਵਿਚਾਰਾ ਬੀਮਾ ਏਜੰਟ। ਧੰਨਵਾਦ। ਅਗਲੀ ਕਹਾਣੀ ਹੈ ਹੀਰੀ ਦਾ ਦੁਖਾਂਤ। ਮਈ ਮਹੀਨੇ ਦੇ ਐਤਵਾਰ ਦੀ ਸਵੇਰ। ਲੋਈ ਅਜੇ ਪਾਟੀ ਨਹੀਂ ਸੀ। ਪ੍ਰੋਫੈਸਰ ਰਣਜੋਤ ਸਿੰਘ ਅਜੇ ਹੋਰ ਸੌਣਾ ਚਾਹੁੰਦਾ ਸੀ, ਪਰ ਪਤਨੀ ਚਾਹ ਲੈ ਆਈ ਸੀ।
ਉਹਨੇ ਬੈੱਡ ਤੇ ਉਕੜੂ ਜਿਹਾ ਹੋ ਕੇ ਚਾਹ ਦੀ ਪਿਆਲੀ ਫੜ ਲਈ ਤੇ ਬੁੱਲਾਂ ਨੂੰ ਲਾ ਲਈ। ਪਤਨੀ ਜਾਣ ਦੀ ਬਜਾਏ ਬੈੱਡ ਤੇ ਬੈਠ ਗਈ ਤੇ ਉਹਦੇ ਚਿਹਰੇ ਵੱਲ ਟਿਕਟਿਕੀ ਲਗਾ ਕੇ ਵੇਖਣ ਲੱਗੀ। ਪਤਨੀ ਦੇ ਚਿਹਰੇ ਤੋਂ ਚਿੰਤਾ ਤੇ ਪਰੇਸ਼ਾਨੀ ਝਲਕ ਰਹੀ ਸੀ। ਪ੍ਰੋਫੈਸਰ ਦੇ ਕੁਝ ਪੁੱਛਣ ਤੋਂ ਪਹਿਲਾਂ ਉਹ ਆਪ ਹੀ ਬੋਲ ਪਈ, ਉਹਨਾਂ ਨੇ ਤਾਂ ਮੁੰਡਾ ਤੇ ਕੁੜੀ ਦੋਵੇਂ ਮਾਰਤੇ ਜੀ। ਉਹ ਤਾਂ ਮਸਾਂ ਹੀ ਇਹ ਵਾਕ ਬੋਲਿਆ ਗਿਆ। ਹੈਂ? ਪ੍ਰੋਫੈਸਰ ਹੱਥੋਂ ਚਾਹ ਦੀ ਪਿਆਲੀ ਡੁੱਲ ਗਈ। ਉਹ ਠੀਕ ਹੋ ਕੇ ਬੈਠਿਆ ਤੇ ਪਿਆਲੀ ਕੋਲ ਪਈ ਤਪਾਈ ਤੇ ਰੱਖ ਦਿੱਤੀ। ਅੱਖਾਂ ਵਿਚਲੀ ਨੀਂਦ ਤੇ ਸਰੀਰ ਦੀ ਸੁਸਤੀ ਪਲਾਂ 'ਚ ਹੀ ਲੋਪ ਹੋ ਗਈ। ਕੱਲ ਦੇਰ ਸ਼ਾਮ ਵਾਲਾ ਘਟਨਾਕ੍ਰਮ ਉਹਦੇ ਇੱਕਦਮ ਯਾਦ ਆ ਗਿਆ, ਜਿਹਨੂੰ ਉਹ ਭੁੱਲਿਆ ਹੀ ਪਿਆ ਸੀ। ਐਂ ਕਿਵੇਂ ਮਾਰਤੇ? ਦਰਸ਼ੀ ਕਿੱਥੇ ਹੈ? ਇੱਕੋ ਸਾਏ ਉਹ ਸਾਰਾ ਕੁਝ ਜਾਣ ਲੈਣਾ ਚਾਹੁੰਦਾ ਸੀ। ਉਹਨੂੰ ਤਾਂ ਜੀ ਰਾਤ 12 ਵਜੇ ਉਹਦਾ ਭਰਾ ਆ ਕੇ ਲੈ ਗਿਆ ਸੀ। ਤੁਹਾਨੂੰ ਤਾਂ ਮੈਂ ਜਾਣਬੁੱਝ ਕੇ ਨਹੀਂ ਸੀ ਉਠਾਇਆ, ਪਤਨੀ ਨੇ ਸੰਖੇਪ 'ਚ ਜਵਾਬ ਦਿੱਤਾ। ਦੋਨੇ ਕਿਵੇਂ ਮਾਰਤੇ? ਪ੍ਰੋਫੈਸਰ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ। ਰਾਤ ਉਹਨਾਂ ਨੇ ਕੁੜੀ ਦੇ ਗਲ ਤੇ ਡਾਂਗ ਰੱਖ ਕੇ ਡਰਾ ਲਿਆ ਵੀ ਜਾਂ ਤਾਂ ਮੁੰਡੇ ਨੂੰ ਫੋਨ ਕਰਕੇ ਸੱਦ ਲੈ, ਉਹਨੂੰ ਤਾਂ ਅਸੀਂ ਮਾਰਨਾ ਹੀ ਮਾਰਨਾ, ਜੇ ਨਹੀਂ ਸੱਦੇਂਗੀ ਤਾਂ ਤੈਨੂੰ ਤਾਂ ਅਸੀਂ ਹੁਣੇ ਮਾਰਨ ਲੱਗੇ ਆ, ਛੱਡਦੇ ਉਹਨੂੰ ਵੀ ਨਹੀਂ, ਮਗਰੋਂ ਮਾਰ ਦੇਵਾਂਗੇ। ਡਰੀ ਹੋਈ ਕੁੜੀ ਨੇ ਮੁੰਡੇ ਨੂੰ ਫੋਨ ਕਰਤਾ। ਪਸ਼ੂਆਂ ਵਾਲੇ ਛੱਤੜੇ 'ਚ ਉਹ ਪਹਿਲਾਂ ਵੀ ਰਾਤ ਨੂੰ ਹੀ ਮਿਲਦੇ ਹੁੰਦੇ ਸੀ। ਵੀਹੀ ਵਾਲੀ ਨੀਵੀਂ ਕੰਧ ਟੱਪ ਕੇ ਮੁੰਡਾ ਆ ਜਾਂਦਾ ਸੀ। ਅੱਧੇ ਕੁ ਘੰਟੇ ਬਾਅਦ ਬਿੜਕਾਂ ਲੈਂਦਾ ਉਹ ਆ ਗਿਆ। ਤਿੰਨੇ ਭਰਾ ਉੱਥੇ ਸ਼ਹਿ ਲਾਈ ਬੈਠੇ ਸੀ। ਆਉਂਦੇ ਨੂੰ ਹੀ ਉਹਨਾਂ ਉੱਥੇ ਹੀ ਵੱਢਤਾ। ਮਗਰੋਂ ਕੁੜੀ ਵੀ ਵੱਢਤੀ। ਜਿਵੇਂ ਆਉਣ ਵਾਲੇ ਨੇ ਦੱਸਿਆ ਸੀ ਉਹੀ ਗੱਲ ਪਤਨੀ ਨੇ ਪ੍ਰੋਫੈਸਰ ਨੂੰ ਦੱਸਤੀ। ਬਹੁਤ ਹੀ ਮਾੜੀ ਗੱਲ ਹੋ ਗਈ। ਕੰਜਰਾਂ ਨੇ ਜੇ ਕੁੜੀ ਮਾਰਨੀ ਸੀ ਤਾਂ ਪਹਿਲਾਂ ਮਾਰ ਦਿੰਦੇ, ਐਵੇਂ ਵਿਆਹ ਤੇ ਰੁਪਈਆ ਲਾਉਣ ਦੀ ਕੀ ਲੋੜ ਸੀ? ਪ੍ਰੋਫੈਸਰ ਨੇ ਸਿਰ ਮਾਰਦੇ ਹੋਏ ਕਿਹਾ। ਉਹ ਤਾਂ ਜੀ ਮੌਕਾ ਹੀ ਭਾਲਦੇ ਸੀ। ਰਾਤ ਉਹਨਾਂ ਨੂੰ ਮੌਕਾ ਮਿਲ ਗਿਆ। ਦਰਸ਼ੀ ਤਾਂ ਕੁੜੀ ਦਾ ਹੁਣ ਬਿੰਦ ਵੀ ਵਸਾਹ ਨਹੀਂ ਸੀ ਕਰਦੀ। ਉਹਨਾਂ ਨੇ ਜਾਣ ਬੁੱਝ ਕੇ ਉਹਨੂੰ ਆਪਣੀ ਭੈਣ ਕੋਲ ਭੇਜਿਆ ਸੀ ਵੀ ਉਹਨਾਂ ਨੇ ਕਮਰੇ ਦੀ ਛੱਤ ਉੱਚੀ ਕਰਨੀ ਹੈ ਤੇ ਪੇਟੀਆਂ ਦੂਸਰੇ ਕਮਰੇ 'ਚ ਧਰਨੀਆਂ। ਤੂੰ ਪੇਟੀ ਦੀ ਚਾਬੀ ਲੈ ਜਾ, ਨਾਲੇ ਸਮਾਨ ਚੈੱਕ ਕਰ ਆਵੀਂ। ਆਪਣੀ ਭੈਣ ਨੂੰ ਵੀ ਕਿਹਾ ਸੀ ਵੀ ਇਹਨੂੰ ਆਉਣ ਨਾ ਦੇਈਂ। ਇਹ ਤਾਂ ਉਹਨਾਂ ਤੋਂ ਵੀਰ ਕੇ ਆ ਗਈ ਤੇ ਅੱਗੋਂ ਪਿੰਡ ਵਾਲੀ ਆਖਰੀ ਬੱਸ ਲੰਘ ਗਈ। ਵਿਚਾਰੀ ਆਪਣੇ ਕੋਲ ਆ ਗਈ ਵੀ ਚਾਚਾ ਜਾਂ ਮੁੰਡਾ ਛੱਡ ਆਊ। ਬਹੁਤ ਤਰਲੇ ਲਏ ਉਹਨੇ ਜਾਣ ਵਾਸਤੇ। ਤੁਸੀਂ ਵੀ ਜੀ ਬਾਹਲਾ ਹੀ ਲੇਟ ਆਏ। ਜੇ ਕਿਤੇ ਪਹਿਲਾਂ ਆ ਜਾਂਦੇ ਤਾਂ ਛੱਡ ਹੀ ਆਉਂਦੇ, ਤੇ ਨਾ ਹੀ ਕੱਲ੍ਹ ਦਾ ਆਪਣਾ ਕਰਨਪਾਲ ਮੁੜਿਆ। ਕਾਰ ਲੈ ਕੇ 3 ਦਿਨ ਹੋ ਗਏ ਆ ਨਾਨਕੀ ਬੈਠੇ ਨੂੰ, ਪਤਨੀ ਨੇ ਰੋਣ ਹਾਕੀ ਹੋ ਕੇ ਕਿਹਾ। ਜਦੋਂ ਕੋਈ ਗੱਲ ਬਣਨੀ ਹੋਵੇ ਤਾਂ ਉਹ ਬਣ ਕੇ ਹੀ ਰਹਿੰਦੀ ਹੈ, ਕਿਸੇ ਦਾ ਵੱਸ ਨਹੀਂ ਚੱਲਦਾ। ਕੱਲ੍ਹ ਦੀ ਪਾਰਟੀ ਦਾ ਪ੍ਰੋਗਰਾਮ ਵੀ ਅਚਾਨਕ ਹੀ ਬਣ ਗਿਆ ਸੀ। ਮੈਂ ਵਿਚਾਲੇ ਛੱਡ ਕੇ ਨਹੀਂ ਆ ਸਕਦਾ ਸੀ। ਆਪਾਂ ਕੀ ਕਰ ਸਕਦੇ ਹਾਂ? ਜੋ ਹੋਣਾ ਸੀ ਹੋ ਗਿਆ। ਅੱਗੇ ਵੇਖੋ ਕੀ ਬਣਦਾ। ਕਿਤੇ ਆਪਾਂ ਹੀ ਨਾ ਵਿੱਚੋਂ ਵਲੇਟੇ ਜਾਈਏ। ਰਣਜੋਤ ਸਿੰਘ ਨੂੰ ਡਰ 'ਚ ਧੁੜਤੜੀ ਜੀ ਆ ਗਈ। ਮੈਂ ਤਾਂ ਆਪ ਰਾਤ ਦੀ ਡਰੀ ਜਾਂਦੀ ਹਾਂ। ਮੈਂ ਤਾਂ ਉਦੋਂ ਦੀ ਜਾਗਦੀ ਪਈ ਹਾਂ। ਮਸਾਂ ਜਾ ਕੇ ਕਿਤੇ ਦਿਨ ਚੜ੍ਹਿਆ। ਦਿਨ ਵੀ ਅਜੇ ਕਿੱਥੇ ਚੜ੍ਹਿਆ ਹੈ? ਡਰੀ ਸਹਿਮੀ ਪਤਨੀ ਨੇ ਕਿਹਾ। ਕਿੰਨੇ ਵਜੇ ਆ? ਪ੍ਰੋਫੈਸਰ ਨੇ ਪੁੱਛਿਆ। ਅਜੇ ਤਾਂ ਜੀ 4 ਹੀ ਵਜੇ ਆ। ਤੁਸੀਂ ਬਾਈ ਨੂੰ ਫੋਨ ਲਾ ਕੇ ਪਤਾ ਤਾਂ ਕਰੋ, ਪਤਨੀ ਨੇ ਕਿਹਾ। ਤਾਂ ਪ੍ਰੋਫੈਸਰ ਨੇ ਸਰਾਣੇ ਪਿਆ ਫੋਨ ਚੁੱਕਿਆ, ਨੰਬਰ ਮਿਲਾਉਣ ਲੱਗਿਆ, ਫਿਰ ਰੁਕ ਗਿਆ, ਫੋਨ ਉੱਥੇ ਰੱਖਤਾ। ਪਤਨੀ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਵੇਖਿਆ। ਆਪਾਂ ਨਹੀਂ ਬਾਈ ਨੂੰ ਫੋਨ ਕਰਦੇ। ਜੇ ਕੋਈ ਗੱਲ ਬਣ ਗਈ ਤਾਂ ਪੁਲਿਸ ਵਾਲੇ ਪਹਿਲਾਂ ਫੋਨ ਹੀ ਚੈੱਕ ਕਰਦੇ ਹੁੰਦੇ ਆ ਵੀ ਕਿਹਨੇ ਕਿਹਨੂੰ ਤੇ ਕਦੋਂ ਫੋਨ ਕੀਤਾ ਤੇ ਕਿਉਂ ਕੀਤਾ। ਦਿਨ ਚੜ੍ਹਨ ਦੇ ਫਿਰ ਵੇਖਦੇ ਆ, ਪ੍ਰੋਫੈਸਰ ਨੇ ਕਿਹਾ ਤੇ ਬੈੱਡ ਦੇ ਢੋਅ ਤੇ ਸਿਰ ਸੁੱਟ ਕੇ ਅੱਖਾਂ ਮੀਟ ਲਈਆਂ। ਮੈਨੂੰ ਤਾਂ ਲੱਗਦਾ ਹੈ ਜੀ ਇਸ ਦੁਖਾਂਤ ਦੇ ਜ਼ਿੰਮੇਵਾਰ ਆਪਾਂ। ਅਚਾਨਕ ਪਤਨੀ ਬੋਲੀ। ਕਿਉਂ? ਆਪਾਂ ਕਿਉਂ ਜ਼ਿੰਮੇਵਾਰ? ਪ੍ਰੋਫੈਸਰ ਉਹਨੂੰ ਭੱਜ ਕੇ ਪਿਆ। ਜੇ ਆਪਾਂ ਕੱਲ੍ਹ ਦਰਸ਼ੀ ਨੂੰ ਪਿੰਡ ਛੱਡ ਆਉਂਦੇ ਤਾਂ ਕਾਰਾ ਤਾਂ ਨਾ ਹੁੰਦਾ। ਮੈਂ ਕਦੋਂ ਕਿਹਾ ਸੀ ਵੀ ਮੈਂ ਨਹੀਂ ਛੱਡਣ ਜਾਂਦਾ? ਤੂੰ ਹੀ ਨਹੀਂ ਸੀ ਲੱਤ ਲਾਈ। ਅਸਲ 'ਚ ਜੀ ਤੁਹਾਡੀ ਪੀਤੀ ਬਾਹਲੀ ਸੀ। ਮੈਂ ਕਿਹਾ। ਕੀ ਕਿਹਾ? ਇੰਨੀ ਕਿੰਨੇ ਕੁ ਪੀਤੀ ਸੀ? ਆਰਾਮ ਨਾਲ ਮੈਂ ਸਕੂਟਰ ਚਲਾ ਕੇ ਲਿਆਇਆ ਸੀ। ਮੈਥੋਂ ਹੀ ਗਲਤੀ ਹੋ ਗਈ ਜੀ। ਮੇਰੇ ਅੰਦਰਲੀ ਔਰਤ ਨੇ ਨਹੀਂ ਤੁਹਾਨੂੰ ਜਾਣ ਦਿੱਤਾ। ਹਨੇਰਾ ਉਤਰ ਆਇਆ ਸੀ ਤੇ ਨੌਜਵਾਨ ਸੋਹਣੀ ਜਨਾਨੀ ਸਕੂਟਰ ਦੇ ਪਿੱਛੇ ਬੈਠੀ ਹੋਵੇ ਤਾਂ ਦਾਰੂ ਪੀਤੀ ਵਾਲੇ ਬੰਦੇ ਦਾ ਕੀ ਪਤਾ ਕਦੋਂ ਮਨ ਬਦਲ ਜਾਏ। ਮੈਂ ਇਹੀ ਸੋਚ ਬੈਠੀ ਸੀ, ਪਤਨੀ ਨੇ ਕਿਹਾ ਤੇ ਰੋਣ ਲੱਗ ਪਈ। ਸੋਨੂੰ ਜਨਾਨੀਆਂ ਨੂੰ ਰੋਣ ਤੋਂ ਸਿਵਾਏ ਕੁਝ ਹੋਰ ਵੀ ਆਉਂਦਾ ਹੁੰਦਾ ਕਿ ਨਹੀਂ? ਪ੍ਰੋਫੈਸਰ ਨੇ ਗੁੱਸੇ 'ਚ ਕਿਹਾ ਤੇ ਬੈੱਡ ਤੋਂ ਉੱਠ ਕੇ ਡੀਕ ਲਾ ਕੇ ਚਾਹ ਦੀ ਪਿਆਲੀ ਖਤਮ ਕੀਤੀ, ਕਮਰੇ ਦੇ ਨਾਲ ਜੜੁੱਤ ਬਾਥਰੂਮ 'ਚ ਵੜ ਗਿਆ। ਉਹਨੂੰ ਵੀ ਘਬਰਾਹਟ ਹੋ ਰਹੀ ਸੀ। ਮੌਜਾਂ ਕਰਦਾ ਪਰਿਵਾਰ ਕਿਤੇ ਹੋਰ ਹੀ ਨਾ ਝਮੇਲੇ 'ਚ ਫਸ ਜਾਏ। ਰਾਹੇ ਰਾਹੇ ਜਾਂਦੀ ਏ ਬੁਲਾਏ ਆ ਜਾ, ਦੁਪਹਿਰਾ ਕੱਟ ਜਾ ਵਾਲੀ ਗੱਲ ਉਹਨਾਂ ਨਾਲ ਬਣਨ ਵਾਲੀ ਸੀ। ਦੁਪਹਿਰਾ ਕਿਉਂ? ਬੁਲਾ ਤਾਂ ਉਹਨਾਂ ਦੇ ਘਰ ਰਾਤ ਹੀ ਕੱਟ ਗਈ ਹੈ। 70 ਕੁ ਸਾਲ ਪਹਿਲਾਂ ਉਹਦਾ ਬਾਬਾ ਵੀ ਇਸੇ ਤਰ੍ਹਾਂ ਝੂਠੇ ਕਤਲ ਕੇਸ 'ਚ ਫਸ ਗਿਆ ਸੀ। ਪਿੰਡ ਦੇ ਨੰਬਰਦਾਰ ਦਾ ਇੱਕ ਭਰਾ ਕੁੰਡਾ ਸਿੰਘ ਆਪਣੇ ਆਪ ਨੂੰ ਵੈਲੀਆਂ ਦਾ ਸਰਦਾਰ ਕਹਾਉਂਦਾ ਸੀ। ਸਾਰੇ ਪਿੰਡ ਤੇ ਉਹ ਤੜੀ ਜਮਾਉਂਦਾ ਸੀ। ਕੁਝ ਸਾਲਾਂ ਬਾਅਦ
ਉਹਦੇ ਖਿਲਾਫ ਨੌਜਵਾਨਾਂ ਦਾ ਇੱਕ ਹੋਰ ਧੜਾ ਖੜਾ ਹੋ ਗਿਆ। ਦੋ ਧੜਿਆਂ ਦਾ ਆਪੋ ਚਿੱਟ ਖੜਿੱਕਾ ਰਹਿਣ ਲੱਗਿਆ। ਦੀਵਾਲੀ ਵਾਲੀ ਰਾਤ ਕੁੰਡੇ ਦਾ ਕਤਲ ਪ੍ਰੋਫੈਸਰ ਰਣਜੋਤ ਸਿੰਘ ਦੇ ਘਰ ਦੇ ਨਜ਼ਦੀਕ ਫਿਰਨੀ ਤੇ ਹੋ ਗਿਆ। ਕਤਲ ਦੂਜੇ ਧੜੇ ਨੇ ਕੀਤਾ ਸੀ। ਨੰਬਰਦਾਰ ਨੂੰ ਸ਼ੱਕ ਸੀ ਕਾਤਲ ਉਹਨਾਂ ਦੇ ਦਰਵਾਜ਼ੇ 'ਚ ਲੁਕੇ ਹੋਏ ਸਨ। ਪਹਿਲਾਂ ਉਹਦੇ ਬਾਬੇ ਕੋਲ ਬੈਠੇ ਸ਼ਰਾਬ ਪੀਂਦੇ ਰਹੇ ਸਨ, ਸੋ ਕਤਲ 'ਚ ਉਹਦੇ ਬਾਬੇ ਦਾ ਵੀ ਨਾਂ ਆ ਗਿਆ। ਅਦਾਲਤ ਨੇ 5 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਤੇ ਉਹ ਸਾਰੇ ਕੋਠੀ ਲੱਗ ਗਏ। ਉੱਪਰਲੀ ਅਦਾਲਤ ਨੇ ਉਹਦੇ ਬਾਬੇ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰਤਾ। ਬਾਕੀ 4 ਦੀ ਫਾਂਸੀ ਤੋੜ ਕੇ ਸਜ਼ਾ ਉਮਰ ਕੈਦ 'ਚ ਬਦਲਤੀ। ਨਿੱਕੇ ਹੁੰਦੇ ਗਰਮੀਆਂ 'ਚ ਜਦੋਂ ਰਾਤ ਨੂੰ ਕੋਠੇ ਉੱਤੇ ਪਏ ਬਾਬੇ ਤੋਂ ਬਾਤਾਂ ਸੁਣਦੇ ਹੁੰਦੇ ਸੀ ਤਾਂ ਬਾਬਾ ਆਪ ਹੀ ਉਹਨਾਂ ਨੂੰ ਜੇਲ੍ਹ ਦੀਆਂ ਗੱਲਾਂ ਸੁਣਾਉਣ ਲੱਗ ਜਾਂਦਾ ਸੀ। ਕਾਮਰੇਡ ਜਾਣਿਆ ਜਾਂਦਾ ਬਾਬਾ ਕਹਿੰਦਾ ਹੁੰਦਾ ਸੀ, ਨਰਕ ਸੁਰਗ ਕੋਈ ਨਹੀਂ ਹੁੰਦੇ, ਨਰਕ ਸੁਰਗ ਤਾਂ ਧਰਤੀ ਤੇ ਹੀ ਹੈ। ਸਭ ਤੋਂ ਵੱਡਾ ਨਰਕ ਤਾਂ ਜੇਲ੍ਹ ਦੀ ਕਾਲ ਕੋਠੜੀ ਹੁੰਦਾ ਹੈ, ਜਿਸ 'ਚ ਬੰਦਾ 24 ਘੰਟੇ ਬੰਦ ਰਹਿੰਦਾ ਹੈ। ਗਰਮੀ 'ਚ ਕੋਠੜੀ ਤੰਦੂਰ ਵਾਂਗ ਤਪਦੀ ਹੈ। ਟੱਟੀ ਪਿਸ਼ਾਬ ਵੀ ਬੰਦਾ ਉੱਥੇ ਕੋਠੜੀ 'ਚ ਕਰਦਾ ਹੈ। ਇਦੋਂ ਵੱਡਾ ਨਰਕ ਕੋਈ ਹੋਰ ਨਹੀਂ ਹੋ ਸਕਦਾ। ਇਸ ਲਈ ਮੇਰੇ ਬੱਚਿਓ, ਕਦੇ ਕੋਈ ਅਜਿਹਾ ਕੰਮ ਨਾ ਕਰਿਓ ਕਿ ਤੁਹਾਨੂੰ ਉਸ ਨਰਕ 'ਚ ਸੁੱਟ ਦਿੱਤਾ ਜਾਏ। ਕਿਤੇ ਇਤਿਹਾਸ ਆਪਣੇ ਆਪ ਨੂੰ ਦੁਹਰਾ ਤਾਂ ਨਹੀਂ ਰਿਹਾ। ਉਂਝ ਤਾਂ ਨੰਬਰਦਾਰਾਂ ਨਾਲ ਉਹਨਾਂ ਦੀ ਉਦੋਂ ਤੋਂ ਹੀ ਬੋਲਚਾਲ ਹੈ, ਪਰ ਵਿੱਚੋਂ ਉਹ ਅਜੇ ਵੀ ਘਰੋੜ ਰੱਖਦੇ ਸੀ। ਜੱਟ ਛੇਤੀ ਕੀਤੇ ਖੋਰ ਗਵਾਉਂਦੇ ਵੀ ਨਹੀਂ। ਅਜੀਬ ਇਤਫਾਕ ਇਹ ਵੀ ਹੈ ਕਿ ਕਤਲ ਹੋਣ ਵਾਲੇ ਮੁੰਡੇ ਮੰਗੂ ਦਾ ਪਿਓ ਕੀਲਾ ਨੰਬਰਦਾਰਾਂ ਨਾਲ ਸੀਰੀ ਹੈ ਤੇ ਕੁੜੀ ਦਾ ਪਿਓ ਭੀਮਾ ਉਹਦੇ ਭਰਾ ਨਾਲ ਸੀਰੀ ਹੈ। ਉਧਰ ਉਹਦੀ ਪਤਨੀ ਤੇ ਕੁੜੀ ਦੀ ਮਾਂ ਦੇ ਸਹੇਲਪੁਣੇ ਦਾ ਸਾਰੇ ਪਿੰਡ ਨੂੰ ਪਤਾ ਹੈ। ਪਤਨੀ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਅਧਿਆਪਕ ਹੈ। ਕੁੜੀ ਦੀ ਮਾਂ ਦਰਸ਼ੀ ਸਕੂਲ ਦੇ ਨਾਲ ਹੀ ਚੱਲ ਰਹੇ ਆਂਗਣਵਾੜੀ ਸੈਂਟਰ 'ਚ ਹੈਲਪਰ ਹੈ। ਭੀਮਾ ਛੋਟਾ ਹੁੰਦਾ ਉਹਨਾਂ ਦੇ ਪਾਲੀ ਹੁੰਦਾ ਸੀ। ਹੁਣ ਉਹ ਕਈ ਸਾਲਾਂ ਤੋਂ ਉਹਦੇ ਭਰਾ ਨਾਲ ਸੀਰੀ ਲੱਗਿਆ ਹੋਇਆ। ਭੀਮੇ ਕੇ ਪਰਿਵਾਰ ਨਾਲ ਉਹਨਾਂ ਦੇ ਪਰਿਵਾਰ ਦਾ ਪੁਰਾਣਾ ਸਹਿਚਾਰ ਹੈ। ਉਹਨੂੰ ਭਾਵੇਂ 15 ਸਾਲ ਹੋ ਗਏ ਹੈ ਸ਼ਹਿਰ ਰਹਿੰਦੇ ਹੋਏ, ਪਰ ਉਹਨੂੰ ਕਦੇ ਵੀ ਪਿੰਡ ਦਾ ਉਦਰੇਵਾ ਨਹੀਂ ਹੋਇਆ। ਉਹਨੂੰ ਪਿੰਡ ਦੀ ਤੇ ਘਰ ਦੀ ਖਬਰ ਰੋਜ਼ਾਨਾ ਹੀ ਮਿਲਦੀ ਰਹਿੰਦੀ ਹੈ। ਘਰ ਤੇ ਪਿੰਡ ਦੀ ਹਰ ਚੰਗੀ ਮਾੜੀ ਦਰਸ਼ੀ ਪਤਨੀ ਨੂੰ ਦੱਸਦੀ ਹੈ ਤੇ ਪਤਨੀ ਉਹਨੂੰ ਰਾਤ ਨੂੰ ਦੱਸ ਦਿੰਦੀ ਹੈ। 10-15 ਦਿਨੀ ਉਹ ਵੀ ਪਿੰਡ ਗੇੜਾ ਮਾਰ ਆਉਂਦਾ। ਦਰਸ਼ੀ ਤੇ ਭੀਮੇ ਕੇ ਟੱਬਰ ਨਾਲ ਜੋ ਵਾਪਰਿਆ ਉਹਦੀ ਵੀ ਉਹਨੂੰ ਸਾਰੀ ਜਾਣਕਾਰੀ ਰਨਿੰਗ ਕਮੈਂਟਰੀ ਵਾਂਗ ਪਤਨੀ ਨਾਲ ਦੀ ਨਾਲ ਦਿੰਦੀ ਰਹੀ ਹੈ। ਤੇ ਜਦੋਂ ਤੋਂ ਭੀਮੇ ਦੀ ਕੁੜੀ ਹਰਵਿੰਦਰ, ਜਿਹਨੂੰ ਸਾਰੇ ਹੀਰੀ ਕਹਿੰਦੇ ਸੀ, ਦੇ ਇਸ਼ਕ ਦਾ ਪਰਦਾਫਾਸ਼ ਹੋਇਆ ਸੀ, ਉਦੋਂ ਤੋਂ ਉਹਦੀ ਇਨ ਬਿਨ ਰਿਪੋਰਟਿੰਗ ਪਤਨੀ ਉਸ ਕੋਲ ਕਰਦੀ ਰਹੀ ਹੈ। 10ਵੀਂ ਪਾਸ ਕਰਨ ਤੋਂ ਬਾਅਦ ਹੀਰੀ ਨੂੰ ਮਾਪਿਆਂ ਘਰੇ ਬਿਠਾ ਲਿਆ ਸੀ ਤੇ ਉਹਦੀ ਨਿਗਰਾਨੀ ਰੱਖਣ ਲੱਗ ਪਏ ਸੀ। ਪਰ ਕੁੜੀ ਫੇਰ ਵੀ ਰਾਤ ਬਰਾਤੇ ਆਪਣੇ ਆਸ਼ਿਕ ਮੰਗੂ ਨੂੰ ਮਿਲਦੀ ਰਹੀ ਸੀ। ਦੁੱਖ ਦੀ ਗੱਲ ਤਾਂ ਇਹ ਸੀ ਕਿ ਕੁੜੀ ਤੇ ਮੁੰਡਾ ਦਾਦਿਓਂ ਪੜਦਾਦਿਓਂ ਭੈਣ ਭਰਾ ਲੱਗਦੇ ਸੀ। ਕੁੜੀ ਤਾਂ ਮੰਗੂ ਨਾਲ ਹੀ ਵਿਆਹ ਕਰਾਉਣ ਦੀ ਜਿੱਦ ਫੜੀ ਬੈਠੀ ਸੀ। ਡਰਾ ਧਮਕਾ ਕੇ ਮਸਾਂ ਹੀ ਉਹਨੂੰ ਵਿਆਹ ਲਈ ਮਨਾਇਆ ਗਿਆ ਸੀ। ਭੀਮੇ ਹੋਰਿਆਂ ਦੀ ਭੈਣ ਆਪਣੇ ਜੇਠ ਦੇ ਮੁੰਡੇ ਨੂੰ ਰਿਸ਼ਤਾ ਲੈ ਗਈ ਸੀ। ਮੁੰਡਾ ਉਹਨਾਂ ਦੇ ਨਜ਼ਦੀਕੀ ਸ਼ਹਿਰ 'ਚ ਕਿਸੇ ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ। ਉਹਨਾਂ ਨੇ ਬੜਾ ਸੋਹਣਾ ਵਿਆਹ ਕੀਤਾ ਸੀ। ਪਿੰਡ ਦੇ ਬਹੁਤੇ ਜੱਟ ਆਪਣੀਆਂ ਕੁੜੀਆਂ ਦਾ ਅਜਿਹਾ ਵਿਆਹ ਕਰਨ ਦੀ ਸਮਰੱਥਾ ਨਹੀਂ ਰੱਖਦੇ। ਰਣਜੋਤ ਸਿੰਘ ਤੇ ਉਹਦੇ ਬਾਈ ਨੇ ਭੀਮੇ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਸੀ। ਇੱਥੋਂ ਤੱਕ ਕਿ ਵਿਆਹ ਦਾ ਸਮਾਨ ਉਹਨਾਂ ਨੇ ਆਪ ਭੀਮੇ ਨੂੰ ਖਰੀਦ ਕੇ ਦਿੱਤਾ ਸੀ। ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਦਰਸ਼ੀ ਉਹਦੀ ਪਤਨੀ ਦੇ ਨਾਲ ਹੀ ਆ ਜਾਂਦੀ। ਕਈ ਵਾਰ ਉਸ ਨਾਲ ਹੀਰੀ ਵੀ ਆਉਂਦੀ। ਉਹ ਆਪਣੇ ਮਨਪਸੰਦ ਦੀ ਖਰੀਦਦਾਰੀ ਕਰਦੀ ਰਹੀ ਸੀ। ਦਰਸ਼ੀ ਕੱਦ ਕਾਠ ਵਾਲੀ ਸੁੰਦਰ ਇਸਤਰੀ ਸੀ ਤੇ ਉਹਦੀ ਕੁੜੀ ਹੀਰੀ ਉਹ ਤੋਂ ਵੀ 2 ਰਤੀਆਂ ਉੱਤੇ ਸੀ। ਮਾਵਾਂ ਧੀਆਂ ਭੈਣਾਂ ਹੀ ਲੱਗਦੀਆਂ ਸੀ। ਇੱਕ ਦਿਨ ਰਣਜੋਤ ਸਿੰਘ ਨੂੰ ਖਰੀਦਦਾਰੀ ਕਰਦੀਆਂ ਪਤਨੀ ਤੇ ਦਰਸ਼ੀ ਬਾਜ਼ਾਰ 'ਚ ਤੁਰੀਆਂ ਜਾਂਦੀਆਂ ਟੱਕਰ ਗਈਆਂ। ਦਰਸ਼ੀ ਹਿੱਕ ਕੱਢ ਕੇ ਮੜਕ ਨਾਲ ਤੁਰਦੀ ਸੀ ਤੇ ਪਤਨੀ ਛੋਟੇ ਕੱਦ ਦੀ ਤੇ ਉਮਰ 'ਚ ਵੀ ਵੱਡੀ ਹੋਣ ਕਰਕੇ ਕੁਝ ਢਿਚਕੂ ਕਰਕੇ ਤੁਰਦੀ ਵੇਖੀ ਤਾਂ ਉਹਨੇ ਹੱਸਦਿਆਂ ਹੋਇਆਂ ਪਤਨੀ ਨੂੰ ਛੇੜਤਾ ਸੀ ਕਿ ਅੱਜ ਬਾਜ਼ਾਰ 'ਚ ਦਰਸ਼ੀ ਤਾਂ ਮੈਡਮ ਲੱਗ ਰਹੀ ਸੀ ਤੇ ਤੂੰ ਉਹਦੀ ਹੈਲਪਰ। ਪ੍ਰੋਫੈਸਰ ਦੇ ਹੁਣ ਉਹ ਟਿੱਪਣੀ ਯਾਦ ਆਈ ਤਾਂ ਉਹ ਇਹ ਵੀ ਸਮਝ ਗਿਆ ਕਿ ਕੱਲ ਸ਼ਾਮ ਪਤਨੀ ਨੇ ਉਹਨੂੰ ਦਰਸ਼ੀ ਨੂੰ ਛੱਡਣ ਕਿਉਂ ਨਹੀਂ ਭੇਜਿਆ। ਵਿਆਹ ਕਰਕੇ ਇੱਕ ਵਾਰ ਤਾਂ ਸਾਰੇ ਆਪਣੇ ਆਪ ਨੂੰ ਸੁਰਖਰੂਈ ਸਮਝਣ ਲੱਗ ਪਏ ਸੀ, ਪਰ ਆਸ਼ਕਾਂ ਦੇ ਮਨ 'ਚ ਅਜੇ ਵੀ ਪ੍ਰੇਮ ਵਾਲਾ ਕੀੜਾ ਨਿਕਲਿਆ ਨਹੀਂ ਸੀ। ਹੀਰੀ ਦਾ ਦਾਦਾ ਸਹੁਰਾ ਮਈਆਂ ਦਾ ਵਪਾਰੀ ਸੀ। ਮੰਗੂ ਵੀ ਹੁਣ ਮਈਆਂ ਦਾ ਵਪਾਰੀ ਬਣ ਗਿਆ। ਉਹਨੇ ਮੁੰਡੇ ਦੇ ਦਾਦੇ ਨਾਲ ਲਿਹਾਜ਼ ਪਾ ਲਈ। ਮੰਗੂ ਨੇ ਆਪਣੇ ਨਾਂ ਤੇ ਪਿੰਡ ਹੋਰ ਦੱਸ ਦਿੱਤਾ ਸੀ। ਹੁਣ ਉਹ ਹੀਰੀ ਦੇ ਘਰ ਗੇੜਾ ਬੰਨੀ ਰੱਖਦਾ। ਹੌਲੀ-ਹੌਲੀ ਗੱਲ ਨਿਕਲ ਗਈ ਤੇ ਕੁੜੀ ਦੇ ਸਹੁਰਿਆਂ ਨੇ ਸੁਨੇਹਾ ਘੱਲ ਕੇ ਭੀਮੇ ਨੂੰ ਸੱਦ ਲਿਆ ਤੇ ਕੁੜੀ ਨੂੰ ਲੈ ਜਾਣ ਵਾਸਤੇ ਕਹਿ ਦਿੱਤਾ। ਸਿੱਧ ਪੱਧਰਾ ਭੀਮਾ ਉੱਥੇ ਕਹਿ ਬੈਠਾ ਕਿ ਉਹ ਹੀਰੀ ਨੂੰ ਹੁਣ ਪਿੰਡ ਨਹੀਂ ਲੈ ਕੇ ਜਾਏਗਾ ਤੇ ਰਾਹ 'ਚ ਆਉਂਦੀ ਵੱਡੀ ਪੱਕੀ ਨਹਿਰ 'ਚ ਧੱਕਾ ਦੇ ਜਾਏਗਾ।
ਸਾਰਾ ਪਰਿਵਾਰ ਡਰ ਗਿਆ ਵੀ ਕਤਲ ਤਾਂ ਆਪਣੇ ਸਿਰ ਪੈ ਜਾਊ, ਸੋ ਉਹਨਾਂ ਨੇ ਹੀਰੀ ਉਸ ਨਾਲ ਨਾ ਤੋਰੀ। ਉਸੇ ਦਿਨ ਹੀ ਹੀਰੀ ਨੇ ਫੋਨ ਕਰਕੇ ਮੰਗੂ ਨੂੰ ਸੱਦ ਲਿਆ। ਉਹ ਰਾਤ ਨੂੰ ਉੱਥੋਂ ਭੱਜ ਨਿਕਲੇ, ਪਰ 3-4 ਦਿਨਾਂ ਬਾਅਦ ਰਾਜਸਥਾਨ ਦੀ ਹੱਦ ਦੇ ਨੇੜਲੇ ਪਿੰਡ ਮੌਜਗੜ੍ਹ ਕੋਲੋਂ ਫੜੇ ਗਏ। ਉਹਨਾਂ ਨੂੰ ਥਾਣੇ ਲਿਜਾਇਆ ਗਿਆ, ਜਿੱਥੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ 'ਚ ਹੋਏ ਰਾਜੀਨਾਮੇ ਤਹਿਤ ਹੀਰੀ ਨੂੰ ਮਾਪਿਆਂ ਦੇ ਹਵਾਲੇ ਕਰਤਾ ਗਿਆ ਤੇ ਦਾਜ ਦਾ ਸਾਰਾ ਸਮਾਨ ਮੁੰਡੇ ਦੇ ਘਰੋਂ ਚੁੱਕ ਕੇ ਹੀਰੀ ਦੀ ਭੂਆ ਦੇ ਘਰ ਰੱਖਤਾ ਗਿਆ। ਭੀਮੇ ਕਾ ਪਰਿਵਾਰ ਧਰਮ ਸੰਕਟ 'ਚ ਫਸ ਗਿਆ ਸੀ। ਉਹਨਾਂ ਨੇ ਕੁੜੀ ਦਾ ਵਿਆਹ ਕਰਕੇ ਆਪਣੇ ਫਰਜ਼ ਤਾਂ ਨਿਭਾਤਾ ਸੀ, ਪਰ ਜੇ ਕੁੜੀ ਨਹੀਂ ਵਸੀ ਤਾਂ ਉਹ ਕੀ ਕਰ ਸਕਦੇ ਸੀ? ਕੀ ਉਹਦਾ ਕਿਤੇ ਹੋਰ ਵਿਆਹ ਕਰਨ? ਕੀ ਗਰੰਟੀ ਹੈ ਕਿ ਕੁੜੀ ਉਸ ਥਾਂ ਵਸ ਜਾਏਗੀ, ਜਾਂ ਉਹ ਕੁੜੀ ਨੂੰ ਮੰਗੂ ਨਾਲ ਹੀ ਵਿਆਹ ਦੀ ਆਗਿਆ ਦੇ ਦੇਣ? ਕੀ ਕਰਨ ਵਿਚਾਰੇ? ਉਹਨਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ। ਉਹਨਾਂ ਨੂੰ ਕੀ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ। ਹੀਰੀ ਦੇ ਚਾਚੇ ਤਾਂ ਉਹਦਾ ਫਸਤਾ ਵੱਢਣ ਲਈ ਕਹਿ ਰਹੇ ਸੀ। ਭੀਮਾ ਵੀ ਸਹਿਮਤ ਹੋ ਗਿਆ, ਪਰ ਦਰਸ਼ੀ ਉਹਨਾਂ ਦੀ ਪੇਸ਼ ਨਹੀਂ ਸੀ ਜਾਣ ਦੇ ਰਹੀ। ਕੱਲ ਉਹਨਾਂ ਨੇ ਜਾਣ-ਬੁੱਝ ਕੇ ਦਰਸ਼ੀ ਨੂੰ ਆਪਣੀ ਭੈਣ ਦੇ ਘਰ ਭੇਜਿਆ ਸੀ। ਬਹਾਨਾ ਇਹ ਸੀ ਕਿ ਉਹਨਾਂ ਨੇ ਕਮਰੇ ਨੂੰ ਰੰਗ ਕਰਵਾਉਣਾ ਹੈ, ਛੱਤ ਉੱਚੀ ਕਰਨੀ ਹੈ, ਪੇਟੀਆਂ 'ਚੋਂ ਕੱਪੜੇ ਵਗੈਰਾ ਕੱਢ ਕੇ ਦੂਜੇ ਕਮਰੇ 'ਚ ਰੱਖਣੀ ਹੈ। ਭੈਣ ਨੂੰ ਵੀ ਸਾਰੀ ਸਾਜ਼ਿਸ਼ ਦਾ ਇਲਮ ਸੀ, ਇਸ ਕਰਕੇ ਉਹਨੇ ਦਰਸ਼ੀ ਨੂੰ ਉੱਥੇ ਰੱਖ ਲੈਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦਰਸ਼ੀ ਨਹੀਂ ਸੀ ਰਹੀ। ਉਹਨੂੰ ਵੀ ਅਨਹੋਣੀ ਵਾਪਰਨ ਦਾ ਡਰ ਸੀ। ਪਰ ਵਿਚਾਰੀ ਪ੍ਰੋਫੈਸਰ ਰਣਜੋਤ ਸਿੰਘ ਦੇ ਘਰ ਆ ਕੇ ਫਸ ਗਈ ਸੀ। ਇਸ ਤਰ੍ਹਾਂ ਤਾਂ ਪ੍ਰੋਫੈਸਰ ਤੇ ਉਹਦੀ ਪਤਨੀ ਵੀ ਇਸ ਸਾਜ਼ਿਸ਼ 'ਚ ਸ਼ਾਮਲ ਮੰਨੇ ਜਾ ਸਕਦੇ ਆ। ਇਹੋ ਜਿਹੇ ਕੇਸਾਂ ਵਿੱਚ ਤਾਂ ਪੁਲਿਸ ਨੂੰ ਪੈਸੇ ਬਣਦੇ ਆ, ਉਹ ਵੀ ਸਿੰਗੀ ਉੱਥੇ ਲਾਉਂਦੇ ਆ ਜਿੱਥੋਂ ਖੂਨ ਮਿਲਣ ਦੀ ਆਸ ਹੋਵੇ। ਭੀਮੇ ਕਿਆਂ ਤੋਂ ਉਹ ਕੀ ਝਾੜ ਲੈਣਗੇ? ਨੰਬਰਦਾਰ ਵੀ ਤਾਂ ਕੀਲੇ ਨੂੰ ਉਂਗਲ ਲਾ ਸਕਦੇ ਵੀ ਰਣਜੋਤ ਸਿੰਘ ਹੋਰਾਂ ਦਾ ਵੀ ਨਾਂ ਲਿਖਾਓ। ਸੌਖੇ ਬੰਦੇ ਤੋਂ ਤਾਂ ਢਿੱਡੋਂ ਹਰ ਕੋਈ ਔਖਾ ਹੁੰਦਾ। ਜੇ ਕਤਲ 'ਚ ਨਾ ਆ ਗਿਆ ਤਾਂ ਇੰਗਲਿਸ਼ ਸੀਟ ਤੇ ਬੈਠੇ ਪ੍ਰੋਫੈਸਰ ਨੂੰ ਇਹ ਸੋਚ ਕੇ ਤਰੇਲੀਆਂ ਆ ਰਹੀਆਂ ਸੀ। ਨਿਕਲ ਵੀ ਆਓ ਹੁਣ, ਤੁਸੀਂ ਤਾਂ ਅੰਦਰ ਵੜ ਕੇ ਘਰ ਹੀ ਪਾ ਲੈਂਦੇ ਹੋ। ਸੋਚਾਂ ਸੋਚਦੀ ਬੇਚੈਨ ਹੋ ਰਹੀ ਪਤਨੀ ਨੇ ਬਾਥਰੂਮ ਕੋਲ ਜਾ ਕੇ ਕਿਹਾ, ਕਿਉਂ ਕਾਹਲੀ ਪੈਂਦੀ ਹੈ? ਤੈਨੂੰ ਪਤਾ ਤਾਂ ਹੈ ਮੈਂ ਬਾਥਰੂਮ 'ਚ ਸਾਰੇ ਕੰਮ ਨਿਬੇੜ ਕੇ ਹੀ ਨਿਕਲਦਾ। ਅੰਦਰੋਂ ਹੀ ਪ੍ਰੋਫੈਸਰ ਨੇ ਕਿਹਾ ਤੇ ਸੀਟ ਤੋਂ ਉੱਠ ਕੇ ਨਹਾਉਣ ਵਾਲੇ ਪਾਸੇ ਹੋ ਗਿਆ। ਨਹਾਉਂਦਾ ਹੋਇਆ ਵੀ ਉਹ ਸੋਚਾਂ 'ਚ ਹੀ ਪਿੰਡ ਪਹੁੰਚਿਆ ਹੋਇਆ ਸੀ। ਦਰਸ਼ੀ ਦੇ ਵਿਹੜੇ 'ਚ 2 ਲਾਸ਼ਾਂ ਪਈਆਂ ਹੋਣ ਤੇ ਸੀਨ ਦੀ ਕਲਪਨਾ ਕਰਕੇ ਉਹ ਕੰਬ ਰਿਹਾ ਸੀ। ਹੁਣ ਤੱਕ ਤਾਂ ਸਾਰੇ ਪਿੰਡ 'ਚ ਬੂੰ ਕਾਂ ਹੋਊਗੀ। ਵਿਹੜੇ ਵਾਲੇ ਘਰਾਂ ਵਿੱਚ ਤਾਂ ਮਾੜੀ ਜਿਹੀ ਗੱਲ ਤੇ ਜਨਾਨੀਆਂ ਮਿਹਣੇ ਹੋ ਕੇ ਇੱਕ ਦੂਜੇ ਦੇ ਪੋਤੜੇ ਫੋਲ ਦਿੰਦੀਆਂ, ਗੰਦੀਆਂ ਗਾਲਾਂ ਦਾ ਮੀਂਹ ਵਰਾ ਦਿੰਦੀਆਂ। ਹੁਣ ਉੱਥੇ ਕੀ ਹੁੰਦਾ ਹੋਏਗਾ? ਵਿਹੜੇ ਦੇ ਘਰਾਂ 'ਚ ਤਾਂ ਕਊ ਕਲਾਟ ਪਿਆ ਹੋਊ। ਬਾਈ ਵੀ ਉੱਥੇ ਹੀ ਪਹੁੰਚ ਗਿਆ ਹੋਊ। ਬਾਈ ਨੇ ਮੈਨੂੰ ਫੋਨ ਕਿਉਂ ਨਹੀਂ ਕੀਤਾ? ਕਿੰਨੇ ਹੀ ਸਵਾਲ ਉਹਦੇ ਜ਼ਿਹਨ 'ਚ ਉੱਠ ਰਹੇ ਸੀ। ਕਿ ਉਹਨੂੰ ਵੀ ਪਿੰਡ ਚਲੇ ਜਾਣਾ ਚਾਹੀਦਾ? ਜੇ ਕੋਈ ਜ਼ਰੂਰਤ ਹੁੰਦੀ ਤਾਂ ਬਾਈ ਨੇ ਆਪ ਹੀ ਫੋਨ ਕਰ ਦੇਣਾ ਸੀ। ਸੋਚਾਂ 'ਚ ਘਿਰਿਆ ਉਹ ਬਾਥਰੂਮ 'ਚੋਂ ਨਹਾ ਕੇ ਬਾਹਰ ਨਿਕਲਿਆ ਤਾਂ ਪਤਨੀ ਪਟਿਆਲੇ ਯੂਨੀਵਰਸਿਟੀ 'ਚ ਪੜ੍ਹਦੀ ਕੁੜੀ ਨੂੰ ਫੋਨ ਲਾਈ ਬੈਠੀ ਸੀ। ਤੁਸੀਂ ਤਾਂ ਜੀ ਘੰਟਾ ਲਾ ਆਏ, ਮੇਰਾ ਮਨ ਨਹੀਂ ਖੜਦਾ। ਮੈਂ ਰਵਨੀਤ ਨੂੰ ਫੋਨ ਲਾ ਲਿਆ, ਪਤਨੀ ਨੇ ਫੋਨ ਪਾਸੇ ਰੱਖਦੀ ਹੋਈ ਕਿਹਾ। ਪ੍ਰੋਫੈਸਰ ਨੇ ਕੁਝ ਨਾ ਕਿਹਾ ਤੇ ਕੱਪੜੇ ਪਾਉਣ ਲੱਗਾ। ਆਪਣੇ ਪਿੰਡ ਤਾਂ ਜੀ ਬਾਹਲਾ ਹੀ ਗੰਦ ਪਿਆ ਹੋਇਆ ਹੈ। ਰਹਿੰਦੀ ਖੂੰਹਦੀ ਕਸਰ ਆ ਮੋਬਾਈਲਾਂ ਨੇ ਕੱਢਤੀ ਹੈ। ਮੁੰਡੇ ਨੇ ਆਪ ਲੈ ਕੇ ਦਿੱਤਾ ਸੀ ਫੋਨ ਕੁੜੀ ਨੂੰ, ਘਰਦਿਆਂ ਨੂੰ ਤਾਂ ਪਤਾ ਵੀ ਨਹੀਂ ਸੀ। ਉਹ ਲੁਕੋ ਕੇ ਹੀ ਰੱਖਦੀ ਸੀ ਤੇ ਇੱਕ ਵਾਰ ਜਦੋਂ ਫੋਨ ਨੂੰ ਫੜਿਆ ਗਿਆ ਤਾਂ ਮੁੰਡੇ ਨੇ ਦੂਜਾ ਲੈ ਦਿੱਤਾ। ਬਾਹਲੀ ਅੱਗ ਲੱਗੀ ਹੋਈ ਹੈ। ਪਤਨੀ ਨੇ ਇਹ ਗੱਲ ਪਹਿਲਾਂ ਵੀ ਦੱਸੀ ਹੋਈ ਸੀ। ਅਸਲ 'ਚ ਟੈਕਨੋਲੋਜੀ ਤਾਂ ਬਹੁਤ ਅੱਗੇ ਵੱਧ ਗਈ ਹੈ, ਪਰ ਮਨੁੱਖ ਦਾ ਮਾਨਸਿਕ ਵਿਕਾਸ ਟੈਕਨੋਲੋਜੀ ਦੇ ਹਾਣ ਦਾ ਨਹੀਂ ਹੋਇਆ। ਪ੍ਰੋਫੈਸਰ ਨੇ ਆਪਣੀ ਵਿਦਵਤਾ ਪਤਨੀ ਤੇ ਝਾੜਦੇ ਹੋਏ ਕਿਹਾ, ਪਰ ਡਰਿਆ ਹੋਇਆ ਇਹ ਵੀ ਸੋਚ ਰਿਹਾ ਸੀ ਕਿ ਹੁਣ ਉਹਦੀ ਵਿਦਵਤਾ ਵੀ ਕਿਸੇ ਕੰਮ ਨਹੀਂ ਆਉਣੀ। ਪਤਾ ਨਹੀਂ ਇਹ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ। ਪਹਿਲਾਂ ਵਾਪਰੇ ਦੁਖਾਂਤਾਂ ਤੋਂ ਸਬਕ ਨਹੀਂ ਸਿੱਖਦੀ। ਪਹਿਲਾਂ ਆਪਣੇ ਪਿੰਡ ਥੋੜਾ ਕੁਝ ਹੋ ਕੇ ਹਟਿਆ। ਇਹੀ ਵਿਹੜੇ ਵਾਲਿਆਂ ਦੇ ਕੁੜੀ ਮੁੰਡੇ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ, ਫਿਰ ਕੋਰਟ ਤੋਂ ਸਿਕਿਉਰਿਟੀ ਲੈ ਕੇ ਪਿੰਡ 'ਚ ਹੀ ਰਹਿਣ ਲੱਗ ਪਏ। ਘਰਦਿਆਂ ਦੀਆਂ ਅੱਖਾਂ ਚੁੰਬੜਨ ਨੂੰ ਕੁੜੀ ਦੇ ਸਿਰ ਭਰਾ ਨੇ ਜੱਟ ਦੀ ਸਪਰੇਅ ਕਰਕੇ ਇੱਕ ਕੁੱਪੀ ਆਪ ਪੀ ਲਈ ਤੇ ਤੜਫ ਕੇ ਮਰਿਆ ਵਿਚਾਰਾ। ਕੀ ਨਿਕਲਿਆ ਫਿਰ ਵੀ ਤਾਂ ਉਹ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਲੱਗੇ ਹੀ ਨਾ। ਗਲ ਗਿਓ, ਜੇ ਤੁਸੀਂ ਕਾਰਾ ਕਰ ਹੀ ਲਿਆ ਤਾਂ ਪਿੰਡ ਤਾਂ ਨਾ ਵੜੋ। ਪਤਨੀ ਫੇਰ ਪਿੰਡ 'ਚ ਕੁਝ ਮਹੀਨੇ ਪਹਿਲਾਂ ਵਾਪਰੇ ਦੁਖਾਂਤ ਨੂੰ ਯਾਦ ਕਰ ਰਹੀ ਸੀ। ਕੋਰਟਾਂ ਵੀ ਨੌਜਵਾਨਾਂ ਨੂੰ ਇਸ ਕੰਮ ਲਈ ਇੱਕ ਤਰ੍ਹਾਂ ਨਾਲ ਹੱਲਾਸ਼ੇਰੀ ਦੇ ਰਹੀਆਂ। ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਟੈਕਨੋਲੋਜੀ ਵਾਂਗ ਕਾਨੂੰਨ ਦੀ ਵੀ ਗਲਤ ਵਰਤੋਂ ਹੋ ਰਹੀ ਹੈ। ਕੱਚ ਘਰੜ ਦਿਮਾਗ ਇਹਨਾਂ ਸਹੂਲਤਾਂ ਦਾ ਗਲਤ ਫਾਇਦਾ ਉਠਾ ਰਹੇ ਹੈ। ਪ੍ਰੋਫੈਸਰ ਨੇ ਸਿਰ ਦੇ ਵਾਲਾਂ ਦਾ ਜੂੜਾ ਕਰਦੇ ਹੋਏ ਕਿਹਾ। ਫਿਰ ਉਹਨੇ ਢਾਠੀ ਚੁੱਕ ਲਈ, ਫਿਰ ਬੰਨਣ ਤੋਂ ਪਹਿਲਾਂ ਰੁਕ ਗਿਆ ਤੇ ਬੋਲਿਆ, ਕਰਾਂ ਬਾਈ ਨੂੰ ਫੋਨ? ਹੁਣ ਤਾਂ ਦਿਨ ਵੀ ਵਾਹਵਾ ਚੜ੍ਹ ਆਇਆ।
ਪਤਨੀ ਨੇ ਫੋਨ ਉਹਦੇ ਹੱਥ ਫੜਾ ਦਿੱਤਾ ਤੇ ਉਹ ਧੜਕਦੇ ਦਿਲ ਨਾਲ ਨੰਬਰ ਮਿਲਾਉਣ ਲੱਗਿਆ। ਪਤਨੀ ਉਹਦੇ ਚਿਹਰੇ ਤੇ ਨਜ਼ਰਾਂ ਗੱਡ ਕੇ ਬੈਠ ਗਈ ਤੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ। ਰਿੰਗ ਜਾ ਰਹੀ ਸੀ ਪਰ ਉਧਰੋਂ ਕੋਈ ਫੋਨ ਉਠਾ ਨਹੀਂ ਸੀ ਰਿਹਾ। ਦੋਨਾਂ ਦੀ ਘਬਰਾਹਟ ਹੋਰ ਵੀ ਵੱਧ ਗਈ। 3-4 ਵਾਰ ਟਰਾਈ ਕਰਨ ਤੋਂ ਅੱਗੇ ਫੋਨ ਚੁੱਕ ਲਿਆ ਗਿਆ। ਫੋਨ ਸੁਣਦੇ ਪ੍ਰੋਫੈਸਰ ਦਾ ਚਿਹਰਾ ਤਣਾਅ ਮੁਕਤ ਹੁੰਦਾ ਜਾ ਰਿਹਾ ਸੀ। ਫੋਨ ਕੱਟ ਕੇ ਉਹਨੇ ਲੰਮਾ ਸਾਹ ਲਿਆ। ਦੋਵੇਂ ਹੱਥ ਸ਼ੁਕਰਾਨੇ ਵਜੋਂ ਜੋੜ ਕੇ ਉੱਪਰ ਚੱਕ ਕੇ ਕਿਹਾ, ਸ਼ੁਕਰ ਹੈ ਦਾਤਿਆ। ਕੀ ਹੋਇਆ ਜੀ? ਪਤਨੀ ਨੇ ਹਾਬੜਿਆ ਵਾਂਗ ਪੁੱਛਿਆ। ਉਹਨਾਂ ਨੇ ਰਾਤ ਕੁੜੀ ਮਾਰੀ ਹੈ। ਉਸੇ ਵਕਤ ਸਰਪੰਚ ਨੂੰ ਦੱਸ ਆਏ ਸੀ ਤੇ ਮੂੰਹ ਹਨੇਰੇ 4 ਬੰਦੇ ਜਾ ਕੇ ਸੰਸਕਾਰ ਕਰ ਆਏ। ਪਿੰਡ 'ਚ ਵੀ ਬਹੁਤਾ ਨਹੀਂ ਪਤਾ ਕਿਸੇ ਨੂੰ। ਮੈਂ ਆਪਣਾ ਪਿੰਡ ਚੰਗਾ ਹੈ, ਕਿਸੇ ਤੇ ਛੇਤੀ ਕੀਤੇ ਵਾਧਾ ਨਹੀਂ ਕਰਦਾ। ਗਰੀਬ ਤੇ ਤਾਂ ਕਿਸੇ ਨੇ ਵਾਧਾ ਕਰਨਾ ਹੀ ਕੀ ਹੈ। ਵੇਖਾਂ ਇਸੇ ਤਰ੍ਹਾਂ ਜਦੋਂ ਯੂਪੀ ਵਾਲਿਆਂ ਦੀ ਕੁੜੀ ਰਾਤ ਨੂੰ ਵਾਟਰ ਵਰਕਸ ਤੇ ਕੰਮ ਕਰਦੇ ਮੁੰਡੇ ਕੋਲ ਚਲੀ ਗਈ ਸੀ ਤਾਂ ਉਦੋਂ ਵੀ ਸਾਰੇ ਪਿੰਡ 'ਚ ਲਾਲਾ ਹੋ ਗਈ ਸੀ ਤੇ ਕੁਝ ਦਿਨ ਬਾਅਦ ਉਹਨਾਂ ਨੇ ਕੁੜੀ ਐਵੇਂ ਗਲ ਤੇ ਡਾਂਗ ਧਰ ਕੇ ਮਾਰਤੀ ਤੇ ਮੂੰਹ ਹਨੇਰੇ ਹੀ ਸੰਸਕਾਰ ਕਰਤਾ ਸੀ। ਪਿੰਡ ਦੀ ਇੱਜ਼ਤ ਰਹਿ ਗਈ। ਕਿਸੇ ਨੇ ਚੂੰ ਵੀ ਨਹੀਂ ਸੀ ਕੀਤੀ। ਹੁਣ ਵੀ ਕੁਝ ਨਹੀਂ ਹੁੰਦਾ, ਪੰਚਾਇਤ ਸਾਰੀ ਨਾਲ ਹੈ। ਪਰ ਦਰਸ਼ੀ ਦਾ ਭਰਾ ਤਾਂ ਕਹਿੰਦਾ ਸੀ ਵੀ ਕੁੜੀ ਮੁੰਡਾ ਦੋਨੋਂ ਮਾਰਤੇ। ਉਹਨੇ ਝੂਠ ਕਿਉਂ ਬੋਲਿਆ? ਪਤਨੀ ਨੇ ਹੈਰਾਨੀ ਜ਼ਾਹਰ ਕੀਤੀ। ਉਹ ਤਾਂ ਉਹਨਾਂ ਨੇ ਜਾਣ ਬੁੱਝ ਉਹਦੇ ਭਰਾ ਨੂੰ ਸਿਖਾ ਕੇ ਭੇਜਿਆ ਸੀ ਵੀ ਦਰਸ਼ੀ ਬਾਹਲਾ ਰੌਲਾ ਨਾ ਪਾਵੇ। ਤੈਨੂੰ ਪਤਾ ਤਾਂ ਹੈ ਉਹ ਕਹਿੰਦੀ ਸੀ ਮੇਰੀ ਕੁੜੀ ਕਿਉਂ ਮਾਰ ਦਿਓ, ਮੁੰਡਾ ਮਾਰੋ। ਮੇਰੀ ਕੁੜੀ ਤਾਂ ਭੋਲੀ ਸੀ, ਉਹਨੇ ਹੀ ਵਰਗਲਾਇਆ ਸੀ ਲਫੰਗੇ ਨੇ। ਨਾਲੇ ਬਾਈ ਦੱਸਦਾ ਸੀ ਕਿ ਭੀਮੇ ਹੋਰਿਆਂ ਨੇ ਕੁੜੀ ਮਾਰ ਕੇ ਕੀਲੇ ਨੂੰ ਵੀ ਸੱਦ ਕੇ ਦੱਸਤਾ ਸੀ ਵੀ ਅਸੀਂ ਕੁੜੀ ਵਾਲਾ ਕੰਡਾ ਤਾਂ ਕੱਢਤਾ, ਤੂੰ ਮੁੰਡੇ ਨੂੰ ਸਮਝਾ ਲਈ ਕਿਤੇ ਉਹ ਨਾ ਰੌਲਾ ਪਾਵੇ ਬੀਬੀ ਦੇ ਜਵਾਈ ਵਾਂਗੂ। ਕੀਲਾ ਤਾਂ ਕਹਿੰਦਾ ਸੀ ਬਾਈ ਮੇਰੇ ਵੱਲੋਂ ਤਾਂ ਭਾਵੇਂ ਮੰਗੂ ਨੂੰ ਵੀ ਮਾਰ ਦੇਵੇ, ਕੀ ਕਰਾਉਣਾ ਇਹੋ ਜਿਹੀ ਗੰਦੀ ਲਾਤ ਤੋਂ। ਪੂਰੀ ਗੱਲ ਦੱਸ ਕੇ ਪ੍ਰੋਫੈਸਰ ਰਣਜੋਤ ਸਿੰਘ ਨੇ ਲੰਮਾ ਸਾਹ ਲਿਆ ਤੇ ਬੈੱਡ ਤੇ ਲੱਤਾਂ ਬਾਹਾਂ ਖਿਲਾਰ ਕੇ ਲਿਟ ਗਿਆ। ਧੰਨਵਾਦ।